अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, कोट राधा किशन के इलाका में भाई ने बहन को गैरत के नाम पर बेदर्दी के साथ फायरिंग करके मौत के घाट उतार दिया। ये कत्ल का मुकदमा तो किसी और पर दर्ज हुआ, लेकिन पुलिस ने हकाइक से पर्दा उठाया और भाई को ही मंजरे आम पर ले आई। ये किस तरह से वारदात हुई, कैसे इसे घुमाया गया, ये तमाम तफसीलात आज के प्रोग्राम तफ्तीशी में हम आपको बताएंगे। नाजरीन, कोट राधा किशन पुलिस ने एक ऐसे मुलजिम को गिरफ्तार किया है जिसने अपनी बहन को कत्ल किया और पुलिस के मुताबिक इन्होंने FIR जो दर्ज करवाई, जो रिश्ता मांग रहे थे उनके खिलाफ मुकदमा दर्ज करवा दिया। बाद में पुलिस ने जब तफ्तीश मुकम्मल की, 2 माह का अरसा गुजर जाने के बाद, तो पुलिस को पता चला कि जो मुलजमान के खिलाफ मुकदमा दर्ज है और जिनसे तफ्तीश की जा रही है, असल में वो कातिल नहीं बल्कि नासिर ने ही अपनी बहन का कत्ल करके ये मुकदमा मुखालफिन पर दर्ज करवाया। ये इसी की ज़ुबानी जान लेते हैं कि इसने इतना बड़ा कदम क्यों उठाया, इसके पीछे वजूहात हैं क्या। अगर ये अब तक बाजिद है कि कत्ल की वारदात इसने नहीं की बल्कि उन्हीं मुलजमान ने की है, तो उन्हीं ने की है, तो इसके हाथों में ये हथकड़ियाँ क्यों लगी हुई हैं और इसे पुलिस ने क्यों गिरफ्तार किया है, ये इसी की ज़ुबानी हम आपको सुनाते हैं। हाँ भी नासिर जी सर, की करना है? मैं सर जी परचून की दुकान किथे? भंबे भंबे चू। जी सर। ठीक है। ते किन्ने भैन भरा हो? ਅਸੀਂ 7 ਭੈਣ ਭਾਈ। 7 भैन भरा। किन्नवें नंबर ते हैं तू? मैं तीसरे नंबर। तीसरे नंबर ते? जी सर, किन्ने अरसे तो परचून की दुकान चला रहे हैं? तकरीबन 3 साल तक। वालदैन है, वालदा और वालिद दोनों हो गए ने। चलो, ते की तनाज़ा चल रहा सी उस्मान होना ना ਤੁਹਾਡਾ? रिश्ते का तनाज़ा सर। रिश्ता मंगदे सी? जी सर। सिस्टर ਦਾ ਰਿਸ਼ਤਾ ਮੰਗਦੇ ਜੀ ਸੀ? ਸਰ। ਠੀਕ ਹੈ। ਤੇ ਕੀ ਹੋਇਆ ਜਦੋਂ ਮੰਗਿਆ ਉਹਨਾਂ ਨੇ ਰਿਸ਼ਤਾ? ਅਸੀਂ ਕਿਹਾ ਤੁਸੀਂ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਦੇ ਦਾਂਗੇ। ਤੂੰ ਤੇਰੇ ਨਾਲ ਵਿਆਹ ਦੋ? ਮੇਰੇ ਨਾਲ ਵਿਆਹ ਦਿਓ ਜਾਂ ਛੋਟੇ ਨਾਲ ਵਿਆਹ। ਠੀਕ ਹੈ, ਕਿਸੇ ਨਾਲ ਵੀ ਵਿਆਹ ਦੋ, ਸ਼ਰਤ ਨਹੀਂ ਰੱਖੀ ਬਿਲਕੁਲ। ਕਿ ਕਿਸੇ ਇੱਕ ਦੇ ਨਾਲ। ਠੀਕ ਹੈ। ਤੇ ਇਹ ਕੀ ਕਹਿੰਦੇ ਫਿਰ? ਇਹਨਾਂ ਨੇ ਫਿਰ ਕਿਹਾ ਵੀ ਨਹੀਂ ਅਸੀਂ ਲੈਣਾ ਹੀ ਹੈ, ਦੇਣਾ ਨਹੀਂ ਅਸੀਂ। ਸਿਰਫ ਲੈਣਾ ਹੈ ਰਿਸ਼ਤਾ? ਹਾਂ। ਠੀਕ ਹੈ। ਫਿਰ ਤੁਸੀਂ ਇਨਕਾਰ ਕਰਤਾ ਹੋਣਾ? ਬਿਲकुल, ਅਸੀਂ ਅੱਗੇ ਮੰਗਣੀ ਕਰ ਦਿੱਤੀ। ਕਿੰਨੇ ਅਰਸਾ ਪਹਿਲਾਂ ਇਨਕਾਰ ਕੀਤਾ? ਤਕਰੀਬਨ ਕੋਈ 3-4 ਮਹੀਨੇ ਪਹਿਲਾਂ ਜਵਾਬ ਦੇ। ਠੀਕ ਹੈ। ਇਨਕਾਰ ਕਰਕੇ ਮੰਗਣੀ ਕਰਤੀ? ਬਿਲकुल। ਮੰਗਣੀ ਹੋ ਗਈ। ਮੰਗਣੀ ਕਿੱਥੇ ਕੀਤੀ? ਮੰਗਣੀ ਸਿੱਧੂਪੁਰੀ। ਅੱਛਾ, ਉਹ ਰਿਸ਼ਤੇਦਾਰੀ ਸੀ? ਹਾਂ, ਨਹੀਂ ਨਹੀਂ ਅੱਛਾ, ਗੈਰ ਹੈਗੇ ਸੀ। ਗੈਰ ਹੈ। ਠੀਕ ਹੈ। ਮੰਗਣੀ ਹੋ ਗਈ। ਫਿਰ ਫਿਰ ਅਸੀਂ ਮਹਿਮਾਨਾਂ ਨੂੰ ਛੱਡਣ ਜਾਂਦੇ ਸੀ। ਉਸੇ ਦਿਨ ਹੀ? ਮੰਗਣੀ ਵਾਲੇ ਦਿਨ ਮੰਗਣੀ ਹੀ? ਵਾਲੇ ਦਿਨ ਅੱਛਾ। ਜਦੋਂ ਇਹਨਾਂ ਨੂੰ ਪਤਾ ਲੱਗਾ ਇਹਨਾਂ ਗਾਹ ਮੰਗਣੀ ਕਰ ਦਿੱਤੀ ਹੈ ਹੂੰ। ਤੇ ਇਹ ਸਾਡੇ ਨਜ਼ਦੀਕ ਹੀ ਛੱਤ ਇਹਨਾਂ ਦੀ ਆਣ ਕੇ ਇਹਨਾਂ ਨੇ ਤੇ ਫੈਰ ਮਾਰਤੀ ਕੁੜੀ ਨੂੰ। ਛੱਤ ਤੇ ਆਏ ਨੇ? ਛੱਤ ਤੇ ਆਏ ਸਹੀ ਹੈ। ਕੌਣ ਕੌਣ ਆਇਆ? ਤੇ ਉਸਮਾਨ ਦਾਰੀ, ਸਨਾਵਲਾ ਤੇ ਇੱਕ ਸੁਫਿਆਨ ਸੀ, 2 ਨਕਾਬਪੋਸ਼ ਸੀ, 5 ਜਣੇ। 5 ਜਣੇ ਗਏ ਸੀ। ਬਿਲਕੁਲ। ਠੀਕ ਹੈ। ਉਸਮਾਨਦਾਰੀ ਤੇ ਸਨਾਉल्ला ਕੌਣ ਹੈ? ਉਸਮਾਨਦਾਰੀ ਤੇ ਉਹ ਮੁੰਡਾ ਹੈ ਨਾ ਜੀ। ਜਿਹਦੇ ਸ਼ਾਦੀ ਹੋਣੀ ਸੀ? ਇੱਕ ਇਹਦੀ ਪੁੱਫੀ ਦਾ ਪੁੱਤ, ਇੱਕ ਇਹਦਾ ਸਕਾ ਭਰਾ। ਇੱਕ ਸਗਾ ਭਰਾ। ਹਾਂ। ਇਹ ਪੰਜੋ ਆਏ? ਹਾਂ। ਠੀਕ ਹੈ। ਤੇ ਤੂੰ ਘਰ ਚ ਕੋਈ ਵੀ ਨਹੀਂ ਗਿਆ ਸੀ? ਨਹੀਂ, ਉਦੋਂ ਘਰ ਕੋਈ ਨਹੀਂ, ਸਾਰੇ ਮਹਿਮਾਨਾਂ ਨੂੰ ਛੱਡਣ ਗਏ ਸੀ। ਸਹੀ ਹੈ। ਬਿਲਕੁਲ। ਤੇ ਕਿੰਨੇ ਫੈਰ ਮਾਰੇ? ਫੈਰ 2 ਲੱਗੇ। 2 ਲੱਗੇ ਨੇ? ਜੀ। ਆਵਾਜ਼ ਆਈ ਫੈਰ ਦੀ? ਹਾਂਜੀ। ਤੂੰ ਵੀ ਛੱਡਣ ਗਿਆ ਸੀ ਮਹਿਮਾਨਾਂ ਨੂੰ? ਮੈਂ ਵੀ ਜਾਣਦਿਆ ਸੀ ਤੇ ਜਦੋਂ ਮੈਂ ਆਵਾਜ਼ ਚੀਕਦੀ ਸੁਣੀ ਤੇ ਮੈਂ ਘਰ ਨੂੰ ਭੱਜਿਆ। ਭੱਜਿਆ? ਬਿਲਕੁਲ। ਤੇ ਫਿਰ ਕਿਹਨੂੰ ਵੇਖਿਆ ਤੂੰ? ਫਿਰ ਉਸਮਾਨ ਦਾਰੀ ਨੂੰ ਤੇ ਇਹਨਾਂ ਤਿੰਨਾਂ ਨੂੰ, 2 ਸਾਡੀਆਂ ਪੌੜੀਆਂ ਤੇ ਸੀ, 3 ਥੱਲੇ ਸੀ। ਠੀਕ ਹੈ। ਇਹਨਾਂ ਨੇ ਕੁੜੀ ਨੂੰ ਕਿਉਂ ਕਤਲ ਕੀਤਾ ਹੈ, ਤੇਰੀ ਭੈਣ ਨੂੰ? ਅਗਾ ਮੰਗਣੀ ਕਰਨ ਦੀ ਵਜ੍ਹਾ ਕਿ ਉਹ ਕਿਤੇ ਹੋਰ ਉਹਨੇ ਮੰਗਣੀ ਕਰ ਲਈ? ਹਾਂਜੀ। ਤੇ ਉਹਨੇ ਥੋੜੀ ਕਰਾਈ, ਉਹ ਤੇ ਘਰ ਵਾਲਿਆਂ ਨੇ ਕਰਾਈ ਮੰਗਣੀ। ਕੀਤੀ ਹੈ ਹਾਂ। ਤੇ ਉਹਦੇ ਕਹਿਣ ਤੇ ਕੀਤੀ ਅਸੀਂ। ਕਿਹਦੇ ਕਹਿਣ ਤੇ? ਕੁੜੀ ਦੇ ਕਹਿਣ ਤੇ ਕੀਤੀ, ਉਹਨੇ ਰਜ਼ਾਮੰਦ ਸੀ ਤੇ ਅਗਾ ਕੀਤੀ। ਹਾਂ, ਜੀ। ਸਹੀ ਹੈ। ਤੇ ਉਹਨਾਂ ਨੇ ਆ ਕੇ ਕਤਲ ਕਰਤਾ ਹੈ। ਇਹ ਮੰਗਣੀ ਹੋਈ ਹੈ ਹੋਈ ਹੈ ਤੇ ਫੌਰੀ ਤੌਰ ਤੇ ਆ ਕੇ ਕਤਲ ਕਰਤਾ। ਬਿਲਕੁਲ। ਸਹੀ ਹੈ। ਤੇ ਕਤਲ ਕਰਕੇ ਫਰਾਰ ਹੋ ਗਏ? ਬਿਲਕੁਲ। ਫਿਰ ਤੁਸੀਂ ਕੀ ਕੀਤਾ? ਅਸੀਂ FIR ਦਿੱਤੀ, 105 ਤੇ ਕਾਲ ਕੀਤੀ ਹੈ, ਅੱਛਾ। FIR ਕਰਵਾਈ ਹੈ ਹੂੰ। ਤੇ ਹੁਣ ਇਨਸ਼ਾਅੱਲਾ ਬਦਲਾ ਲਾਵਾਂਗੇ। ਬਦਲਾ ਲੈਣਾ ਹੈ ਬਿਲकुल। ਕਤਲ ਦਾ? ਕਤਲ ਦਾ। ਸਹੀ ਹੈ। ਤੇ ਤੈਨੂੰ ਕਿਉਂ ਗ੍ਰਿਫਤਾਰ ਕਰ ਲਿਆ ਯਾਰ ਪੁਲਿਸ ਨੇ? ਉਹਨਾਂ ਨੇ ਸ਼ੱਕ ਕੀਤਾ ਮੇਰੇ ਤੇ, ਉਹਨਾਂ ਦਰਖਾਸਤ ਦਿੱਤੀ ਹੈ। ਨਹੀਂ, ਉਹ ਮੁਲਜ਼ਮ ਰਿਮਾਂਡ ਤੇ ਮੈਨੂੰ ਲੈ ਕੇ ਮੁਲਜ਼ਮ ਕਦੀ ਦਰਖਾਸਤ ਦਿੰਦੇ ਨੇ ਤੇ ਮੁਦਈ ਤੇ ਕਦੀ ਨਹੀਂ ਫੜਿਆ ਜਾਂਦਾ? ਸ਼ੱਕ ਦੀ ਬਣਾ ਤੇ ਮੈਨੂੰ ਫੜਿਆ ਗਿਆ ਹੈ। ਕਨਫਰਮ ਹੋ ਜਾਏਗਾ ਸਾਡਾ 2-4 ਦਿਨਾਂ ਦੇ ਵਿੱਚ, ਜਿਵੇਂ ਹੀ ਫਿਰ ਕਨਫਰਮ ਹੁੰਦਾ ਪਤਾ ਲੱਗ ਜਾਏਗਾ ਮੁਜਰਮ ਕੌਣ। ਨਹੀਂ, ਸ਼ੱਕ ਕਿਉਂ ਕੀਤਾ? ਸ਼ੱਕ ਸਰ ਜੀ ਕਰ ਸਕਦੇ ਨੇ, ਉਹ ਵੀ ਕਰ ਸਕਦੇ ਨੇ ਸ਼ੱਕ,
ਕਿਵੇਂ ਸ਼ੱਕ ਕਰ ਉਹਨਾਂ ਨੇ ਸਕਦੇ ਮਸਲਨ ਪਲਾਨ ਨਾਲ ਕੰਮ ਕੀਤਾ ਹੈ ਕਿ ਇਹਨਾਂ ਤੇ ਪਾ ਦਈਏ ਅਸੀਂ। ਨਹੀਂ, ਇਹ 2 ਮਹੀਨੇ ਤੋਂ ਜਿਹੜੇ ਗ੍ਰਿਫਤਾਰ ਨੇ, ਹਾਂਜੀ। ਕਦੀ ਮੁਲਜ਼ਮ ਵੀ ਥਾਣੇ 'ਚ ਬਹਿ ਕੇ ਕਿਸੇ ਨੂੰ ਅੱਗੋਂ ਫੜਵਾ ਸਕਦਾ ਹੈ? ਪਹਿਲੇ ਕਦੀ ਸੁਣਿਆ ਹੋ ਤੂੰ? ਸਕਦਾ, ਕਿਉਂ ਨਹੀਂ ਦੇ ਸਕਦਾ ਦਰਖਾਸਤ, ਮੁਲਜ਼ਮ ਨੂੰ ਵੀ ਇਜਾਜ਼ਤ ਹੁੰਦੀ ਮਦਈਆਂ ਤੇ ਦਰਖਾਸਤ ਦੇ ਸਕਦਾ। ਅੱਛਾ, ਜੀ ਸਰ। ਸਿਰਫ ਦਰਖਾਸਤ ਹੀ ਚੁੱਕ ਲੈਂਦੀ ਹੈ ਪੁਲਿਸ? ਚੁੱਕਦੀ ਪੁਲਿਸ, ਤਫਤੀਸ਼ ਕਰਦੀ ਹੈ, ਅਗਰ ਨਹੀਂ ਮੁਜਰਮ ਹੈ ਤੇ ਉਹਨੂੰ ਛੱਡ ਦਿੰਦੀ। ਠੀਕ ਹੈ। ਉਹ ਜਿਹੜੇ ਡਾਕਟਰ ਸਾਹਿਬ ਦਾ ਪਤਾ ਹੈ ਤੈਨੂੰ? ਹਾਂਜੀ। ਡਾਕਟਰ ਜ਼ੁਲਫਕਾਰ ਜਿਹੜੇ ਐਸਐਚਓ ਨੇ, ਪਤਾ ਹੈ ਸਰ। ਮਿਲੇ ਤੈਨੂੰ? ਮਿਲੇ ਸਰ। ਉਹ ਕਹਿੰਦੇ ਨੇ ਕਿ ਕਤਲ ਤੇ ਤੂੰ ਕੀਤਾ ਹੈ? ਸਰ ਜੀ ਕਹਿੰਦੇ ਉਹ ਵੀ ਤੇ ਇਹ ਗੱਲ, ਸਾਰੇ ਪੁਲਿਸ ਵੀ ਫਿਰ ਇਹੀ ਗੱਲ ਕਹਿੰਦੀ ਜਦੋਂ ਉਹਨਾਂ ਨੇ ਕਿਹਾ ਹੈ ਤੇ ਹੁਣ ਤਫਤੀਸ਼ ਚੱਲ ਰਹੀ। ਨਹੀਂ, ਪੁਲਿਸ ਇੰਨੀ ਪਾਗਲ ਲੱਗਦੀ ਹੈ ਤੈਨੂੰ ਕਿ ਮੁਲਜ਼ਮਾਂ ਦੇ ਕਹਿਣ ਦੇ ਉੱਤੇ ਕਵੇ ਕਿ ਮੁਦਈ ਨੇ ਕਤਲ ਕੀਤਾ ਹੈ? ਇੰਜ ਦੀ ਹੈਗੀ ਹੈ ਪੁਲਿਸ? ਸਰ ਜੀ ਜਦੋਂ ਇੱਕ ਬੰਦੇ ਤੇ ਸ਼ੱਕ ਕੀਤਾ ਉਹਦੀ ਤਫਤੀਸ਼ ਤੇ ਹੋਣੀ ਆ। ਨਹੀਂ, ਤਫਤੀਸ਼ ਨਹੀਂ ਹੋ ਰਹੀ, ਉਹਨਾਂ ਨੇ ਕਨਫਰਮ ਕਰਤਾ ਹੈ ਕਿ ਤੂੰ ਕਾਤਲ ਹੈ। ਨਹੀਂ ਸਰ ਜੀ, ਕਨਫਰਮ ਕੀਤਾ ਕਰਤਾ। ਮੈਂ ਜੋ ਕਹਿ ਰਿਹਾ ਤੈਨੂੰ, ਮੈਂ ਇਸ ਪ੍ਰੋਗਰਾਮ 'ਚ ਚਲਾਵਾਂਗਾ, ਤੈਨੂੰ ਅਗਰ ਜ਼ਿੰਦਗੀ 'ਚ ਮੌਕਾ ਮਿਲਿਆ ਵੇਖੀ। ਸਰ ਜੀ ਤੁਸੀਂ ਚਲਾ ਦਿਓ, ਤੁਸੀਂ ਜੋ ਮਰਜ਼ੀ ਜਾਂ ਸਾਹਮਣੇ ਤੈਨੂੰ ਬੁਲਾ ਕੇ। ਪਾਕਿਸਤਾਨ ਦਾ ਤੁਹਾਨੂੰ ਪਤਾ ਹੀ ਹੈ ਕੀ ਹੋ ਰਿਹਾ ਇੱਥੇ, ਸਾਰਾ ਹੀ ਪਤਾ। ਗਲਤ ਹੋ ਰਿਹਾ ਸਰ ਜੀ ਤੁਹਾਨੂੰ ਪਤਾ ਹੀ ਹੈ ਕੀ ਹੋ ਰਿਹਾ, ਮੀਡੀਆ ਪਾਕਿਸਤਾਨ ਦਾ ਕੀ ਕਰ ਰਿਹਾ। ਕੀ ਕਰ ਰਿਹਾ ਸਰ ਜੀ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕੀ ਕਰ ਰਿਹਾ। ਉਹ ਤੁਹਾਨੂੰ ਸਹੀ ਲੱਗ ਰਿਹਾ, ਤੁਸੀਂ ਚਲਾਓ ਆਪਦਾ। ਨਹੀਂ, ਮੈਂ ਕਿਉਂ ਚਲਾਵਾਂ ਜਦੋਂ ਐਸਐਚਓ ਜੋ ਕਹਿ ਰਿਹਾ ਕਿ ਤੂੰ ਕਤਲ ਕੀਤਾ ਹੈ? ਸਰ ਜੀ ਮੈਂ ਕੀਤਾ ਕਹਿ ਰਹੇ ਨੇ ਨਾ, ਤੁਸੀਂ ਵੀ ਕਹਿ ਦਿਓ ਕਿ ਇਹਨਾਂ ਕੀਤਾ। ਤੇ ਮੈਂ ਤੇ ਤੇਰੇ ਕੋ ਪੁੱਛ ਰਿਹਾ। ਸਰ ਜੀ ਮੇਰੇ ਕੋ ਤੇ ਮੈਂ ਤੁਹਾਨੂੰ ਦੱਸ ਰਿਹਾ ਜੋ ਮੇਰੇ 'ਚ। ਹਾਂ, ਮੈਂ ਤੁਹਾਨੂੰ ਦੱਸੀ ਜਾ ਰਿਹਾ। ਉਹਨਾਂ ਨੇ ਕੁੜੀ ਨੂੰ ਕਿਉਂ ਕਤਲ ਕੀਤਾ? ਮੈਂ ਜਿਹਨੂੰ ਕਰਨਾ ਮੈਂ ਉਹਦਾ ਬਿਆਨ ਦੇ ਰਿਹਾ, ਮੈਂ ਤੁਹਾਡੇ ਸਾਹਮਣੇ ਦੇ ਰਿਹਾ ਜਿਹਨੂੰ ਕਰਨਾ ਮੈਂ। ਕਤਲ ਕਰਨਾ ਹੈ? ਬਿਲਕੁਲ। ਕਿਹਨੂੰ ਕਰਨਾ ਕਤਲ? ਸਮਾਨਦਾਰੀ ਨੂੰ। ਤੇ ਕਿਉਂ ਕਰਨਾ ਕਤਲ? ਇਸੇ ਉਹਨੇ ਮੇਰੀ ਭੈਣ ਨੂੰ ਕਤਲ ਕੀਤਾ, ਮੈਂ ਉਹਨੂੰ ਕਰਨਾ। ਤੇ ਪੁਲਿਸ ਕਹਿੰਦੀ ਉਹਨੇ ਤੇ ਭੈਣ ਨੂੰ ਤੇਰੀ ਕਤਲ ਹੀ ਨਹੀਂ ਕੀਤਾ। ਸਰ ਜੀ ਸਾਬਤ ਕਰਾਂਗਾ ਨਾ ਕਰਕੇ। ਕਿਵੇਂ ਕਰੇਗਾ ਤੂੰ ਸਾਬਤ? ਹੀ ਕਰ ਦੇ। ਸਰ ਜੀ ਸਾਬਤ ਕਰਾਂਗਾ ਨਾ, ਇੱਥੋਂ ਨਿਕਲ ਕੇ ਸਾਬਤ ਕਰ ਦਿਆਂਗਾ। ਨਿਕਲੇਗਾ ਕਹਿੰਦੇ ਕਤਲ ਦੇ ਮੁਕੱਦਮੇ 'ਚ ਗ੍ਰਿਫਤਾਰ ਹੈ, ਕਿਵੇਂ ਨਿਕਲੇਗਾ? ਮੁਕੱਦਮੇ 'ਚੋਂ ਗ੍ਰਿਫਤਾਰ ਨਿਕਲਣਾ ਹੀ ਹੈ ਇੱਕ ਦਿਨ, ਇੱਥੇ ਕੀ ਨਿਕਲ ਹੀ ਜਾਣਾ ਤੇ ਆ ਕੇ ਕਤਲ ਕਰੇਗਾ। ਕਿਉਂ ਕਰੇਗਾ? ਮੇਰੀ ਭੈਣ ਮਾਰੀ, ਮੈਂ ਉਹਨੂੰ ਨਹੀਂ ਮਾਰਨਾ। ਤੇ ਉਹ ਕਹਿ ਰਹੇ ਕਿ ਭੈਣ ਤੇ ਤੂੰ ਮਾਰੀ ਹੈ। ਸਰ ਜੀ ਆਪੇ ਕਨਫਰਮ ਹੋ ਜਾਏਗਾ ਨਾ। ਕਿਵੇਂ ਕਨਫਰਮ ਹੋਏਗਾ? ਜਦੋਂ ਤੂੰ ਕਤਲ ਕਰੇਗਾ ਉਦੋਂ ਕਨਫਰਮ ਹੋਏਗਾ। ਬਿਲਕੁਲ। ਉਹ ਕਿਵੇਂ ਲੌਜੀਕ ਦੇ ਕੋਈ, ਉਹ ਕਿਵੇਂ ਕਤਲ ਕਨਫਰਮ ਹੋਏਗਾ ਕਿ ਜਦੋਂ ਤੂੰ ਉਹਦਾ ਕਤਲ ਕਰ ਦੇਂਗਾ? ਤੇ ਕੋਈ ਸਬੂਤ ਦੱਸ, ਕੋਈ ਤੇਰੇ ਇਲਾਵਾ ਗਵਾਹ ਦੱਸ। ਕੱਲਾ ਹੀ ਤੂੰ ਗਵਾਹ ਹੈ? ਗਵਾਹ ਕਿਉਂ ਨਹੀਂ ਹੈ? ਕੌਣ ਹੈ ਗਵਾਹ? ਬਤੇਰੇ ਗਵਾਹ ਸਾਡੇ। ਕਿਹੜੇ ਗਵਾਹ ਨੇ? ਕੌਣ? ਅਸੀਂ ਖੁਦ ਗਵਾਹ। ਕੌਣ ਹੈਗੇ? ਸਰ ਜੀ FIR ਤੇ ਜਿਹੜੇ ਮੇਰਾ ਤਾਇਆ ਗਵਾਹ ਹੈ, ਮੈਂ ਗਵਾਹ ਹਾਂ। ਤੇ ਉਹ FIR ਤੇ ਓਕੇ ਹੋ ਗਈ ਹੈ ਤੁਹਾਡੀ ਹਲੇ? ਨਹੀਂ ਓਕੇ ਹੋ ਗਈ ਸਰ। ਉਹ ਤੈਨੂੰ ਕਿਉਂ ਫੜ ਲਿਆ ਉਸ FIR ਦੇ ਵਿੱਚ? ਸਰ ਜੀ ਮੇਰੇ ਤੇ ਦਰਖਾਸਤ ਉਹਨਾਂ ਦਿੱਤੀ ਹੈ, ਇਸ ਵਜ੍ਹਾ ਤੋਂ ਮੈਨੂੰ ਲੈ ਕੇ ਆਏ ਨੇ। ਉਹ ਦਰਖਾਸਤਾਂ ਤੇ ਕਦੀ ਮੁਦਈ ਨਹੀਂ ਲੈ ਕੇ ਆਂਦੇ। ਪੁਲਿਸ ਕਹਿ ਰਹੀ ਹੈ ਤੂੰ ਕਤਲ ਕੀਤਾ ਹੈ। ਡਾਕਟਰ ਜ਼ੁਲਫਕਾਰ ਕਹਿੰਦਾ ਹੈ ਕਿ ਸਾਰੇ ਸ਼ਵਾਹਿਦ ਹੈਗੇ ਕਿ ਤੂੰ ਕਤਲ ਕਰਕੇ ਉਹਨਾਂ ਦੇ ਉੱਤੇ ਪਾਤਾ ਹੈ। ਨਹੀਂ ਸਰ ਜੀ ਮੈਂ ਕਿੰਜ ਪਾਤਾ, ਨਾਲੇ ਤੁਸੀਂ ਕਹਿ ਰਹੇ ਜੀ ਉਹ ਛੁੱਟ ਗਏ ਨੇ। ਬੁਲਾਵਾਂ ਮੈਂ SHO ਨੂੰ? ਕਿਨੂੰ? ਉਹਦੇ ਸਾਹਮਣੇ ਗੱਲ ਕਰਾਂਗੇ ਇਹੀ ਜਿਹੜੀਆਂ ਗੱਲਾਂ ਤੂੰ ਮੇਰੇ ਨਾਲ ਕਰ ਰਿਹਾ। ਮੈਂ FIR ਤੇ ਜਿਹੜੀ ਹੈ ਮੈਂ ਤੁਹਾਨੂੰ ਦੱਸ ਰਿਹਾ, ਜਿਹੜੀ ਅਸੀਂ ਕਰਵਾਈ ਹੈ। ਬਾਕੀ ਮੁਲਜ਼ਮਾਨ ਜੋ ਕਹਿ ਰਹੇ ਨੇ ਉਹ ਤੁਸੀਂ ਨਹੀਂ, ਉਹਨੂੰ ਮੈਂ ਬੁਲਾ ਲੈਣਾ ਨਾ SHO ਨੂੰ। SHO ਤੈਨੂੰ ਕੀ ਲੱਗਦਾ ਹੈ ਕਿ ਉਹ ਉਸਮਾਨ ਦੇ ਨਾਲ ਮਿਲਿਆ? ਨਹੀਂ ਮਿਲਿਆ ਸਰ ਜੀ, ਨਹੀਂ ਮਿਲਿਆ। ਕਿਸੇ ਨਾਲ ਨਹੀਂ ਮਿਲਿਆ। ਉਹਦੀ ਗੱਲ ਮੰਨੇਗਾ? ਬਿਲਕੁਲ। ਤੂੰ ਸਾਡੇ ਤੇ ਸ਼ੱਕ ਕਰ ਰਿਹਾ ਨਾ? ਨਹੀਂ ਮੈਂ ਸਰ ਜੀ ਨਹੀਂ ਤੂੰ ਕਿਹਾ ਮੀਡੀਆ ਪਾਕਿਸਤਾਨ ਦਾ ਆਇੰਦਾ ਹੈ, ਉਹਨੂੰ ਬੁਲਾਣੇ। ਜੋ ਸੁਣ ਰਹੇ ਆ SHO ਨੂੰ ਬੁਲਾਣੇ, ਉਹਦੇ ਨਾਲ ਤੇਰੀ ਗੱਲ ਗੁਫ਼ਤਗੂ ਕਰਾਣੇ ਤੇਰੇ ਸਾਹਮਣੇ। ਠੀਕ ਹੈ, ਚਲੋ ਕਰਾ ਦਿਓ। ਹਾਂ। ਤੈਨੂੰ ਕਦੋਂ ਫੜਿਆ ਨਾ ਸਰ? ਮੈਨੂੰ ਅੱਜ 2-3 ਦਿਨ ਹੋ ਗਏ। 2-3 ਦਿਨ ਹੋ ਗਏ? ਕਿਵੇਂ ਫੜਿਆ? ਮੈਂ ਪੇਸ਼ ਹੋਇਆ ਖੁਦ ਆਣ ਕੇ। ਕਿਵੇਂ ਪੇਸ਼ ਹੋਇਆ? ਪੇਸ਼ ਹੋਇਆ, ਮੇਰੇ ਤੇ ਉਹਨਾਂ ਸ਼ੱਕ ਕੀਤਾ, ਹੁਣ ਪੇਸ਼ ਹੋਇਆ। ਅੱਛਾ, ਪੇਸ਼ ਹੋ ਗਿਆ। ਫੇਰ ਤਫਤੀਸ਼ ਪਿੱਛੇ ਆਇਆ ਕੋਈ ਮਿਲਣ? ਕੌਣ? ਘਰ ਵਾਲਾ? ਤੇਰੇ ਬੇਲੀ ਸੱਜਣ ਆਏ ਨੇ ਘਰ ਵਾਲੇ। ਘਰ ਵਾਲਾ ਕੌਣ ਆਇਆ? ਘਰ ਵਾਲੇ ਵੀ ਆਏ ਨੇ। ਕੌਣ ਆਇਆ? ਭਰਾ ਆਇਆ? ਮਾਮਾ ਮੇਰਾ ਆਇਆ, ਸਾਰੇ ਆਏ ਨੇ। ਭਰਾ ਆਇਆ? ਭਰਾ ਵੀ ਆਇਆ, ਬਿਆਨ ਦੇਣ ਆਇਆ। ਕੀ ਕਹਿੰਦਾ? ਪਤਾ ਨਹੀਂ ਬਿਆਨ ਲਿਖਵਾ ਗਿਆ, ਹੁਣ ਕੀ ਲਿਖਵਾ ਗਿਆ। ਉਹ ਬਿਆਨ ਲਿਖਵਾ ਕੇ ਗਿਆ ਹੈ ਕਿ ਮੇਰੇ ਭਰਾ ने कत्ल किया है। चलो, डॉक्टर जुल्फकार साहब भी आ चुके हैं जो SHO है कोट राधा किशन, क्योंकि बार बार जब मुलजिम से सवाल किया जा रहा था तो उसका यही कहना था कि दरख्वास्त दी गई। डॉक्टर साहब वो बड़ा मतलब एक तो शातिर मुलजिम है जिसने ये कत्ल की वारदात की, या जैसे भी अभी उसका ये मौक़िफ़ है कि उसे इस केस में फंसाया जा रहा है। ऐसा भी कोई कानून है कि जो मुलजमान है वो मुद्दई के ख़िलाफ़ दरख्वास्त दे दें और पुलिस उसे गिरफ़्तार करके उसे इस तरह से मुलजिम बना के पेश कर दे? ऐसा होता है? एक्चुअली ये देखें, ये हमारे लिए बड़ी बदकिस्मती की बात है कि हमारी सोसाइटी में ऐसा क्राइम हो रहा है जैसे कि डार्क एजेस में होते थे। इससे हुर्मत वाले रिश्ते कौन से हो सकते हैं? माँ है, बहन है, बेटी है। इससे बड़े रिश्ता कोई नहीं है, दुनिया में कोई रिश्ता नहीं। बिल्कुल ऐसे ही। तो ऑनर किलिंग के नाम पे या इस तरह के दूसरे किया जाए तो ये बड़े अफसोसनाक बात है। जाहिर है हमें 31 मार्च
23 को 15 की इतला मिली कि खातून को किसी ने ज़ख्मी किया जिसको हम हॉस्पिटल लेके जा रहे हैं। सही। हम उस इतला पे पहुंचे हैं तो पता चला कि उसकी डेथ हो गई है उस खातून। सही। वो इकरा नामी बच्ची जो है उसकी बेसिकली शादी की बात चल रही थी। जो लड़की के घर वाले थे वो राज़ी नहीं थे कि लड़की अपनी मर्ज़ी का अपनी ख्वाहिश का इज़हार करे। सही। हमारी सोसाइटी में ट्रेंड है, नहीं कबूल किया जाता। बिल्कुल। गांव में रूरल साइड पे ख़ास तौर पे इस चीज़ को अपनी ना का मसला बना लेते हैं। बिल्कुल ऐसे। घर वाले भी। लेकिन हम जब स्कूल टाइम पे हम पढ़ते थे, एक ज़माना जहलियत में लोग अपनी बेटियों को ज़िंदा दफन कर रहे थे। बिल्कुल ऐसे बेशुमार वाक़यात हैं। और इस तरह के वाक़यात जो हैं, एक कत्ल वैसे ही बहुत अल्लाह ताला कहते हैं कि शिरक के बाद सबसे बड़ा जुल्म है। सबसे बड़ा जुल्म। और एक औरत का कत्ल वो उससे भी बड़ा जुल्म है, कोई शक। और एक बहन और बेटी और माँ का कत्ल हो तो वो उससे भी ज़्यादा बड़ी दर्दनाक कहानी है। ये हमने खैर इनकी कंप्लेंट पे, यासर नामी शख्सी कंप्लेंट पे हमने FIR की। इन्होंने 3 बंदे नॉमिनेट किए अपने गांव के। सही। और बच्ची का ने ख्वाहिश का इज़हार किया था कि मैं एक लड़का है उस्मान नामी, उससे शादी करना चाहती। सही। जिसकी वजह से इनको तकलीफ़ थी, लेकिन वो लड़का भी जो था उसकी इसके भाइयों से नहीं बनती थी। और इनका लड़ाई झगड़ा भी हुआ, उस दिन भी लड़ाई झगड़ा हुआ, सही। जिसकी वजह से तैश में आके उसके भाई ने उसको फिर मर्डर कर दिया और इल्ज़ाम उन पे लगा दिया। अपनी बहन पे ही मतलब मर्डर कर दिया इसी ने। जी। सही। इनके बड़े करीबी लोगों ने हमें ये इन्फॉर्मेशन दे दी कि ये मर्डर इनके घर के अंदर है। सही। इसी घर के अंदर। इसी घर के अंदर ही मर्डर है, मर्डर जो है वो घर के बाहर नहीं है। लेकिन आप वो तफ्तीश उनसे भी करते रहे जो जिनके खिलाफ मुकदमा दर्ज था। जिन पे इल्ज़ाम था वो खुद ही हमारे पास आ गए। सही। पेश हुए गिरफ्तारी देने के लिए कि हम हाजिर हैं। हमने उनको प्रॉब किया, उनकी इंटरोगेशन की। सही। और हमने उनकी जो अरेस्ट है उसको हमने इल्तवा में रख दिया। गिरफ्तारी। हाँ जी, पोस्टपोन कर दिया। पोस्टपोन कर दिया। होगी ठीक है, हम आपको दोबारा कॉल करेंगे। ये जो मरकजी मुल्जिम है नासिर इस कत्ल का, वो एक तो पहली बात है वो बाजिद है कि उसने ये कत्ल नहीं किया, और फिर वो कहता है कि अब मैंने कत्ल करना है। जब वो 2 मुकम्मल हो जाएंगे, दूसरा कत्ल जब मैं कर दूंगा, ये जो लड़का गिरफ्तार है, तो फिर मैं आपको सारी बात भी बताऊंगा। अभी इतनी ही बात है। ये गांव में एक बड़ा अजीब कल्चर होता है। जब ये फसल उठा लेते हैं गांव के लोग तो फिर उसको जब 4 पैसे आ जाते हैं तो फिर वो उसको लगाने का सोचते हैं, उसको खर्च करने का। सही 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 सही। फिर वो जो अनापरस्ती है और अपनी दुश्मनी है वो निभाने के लिए वो इस तरह के अच्छे हथकंडे आते हैं। ये जो मरकजी मुल्जिम है नासिर इस कत्ल का, वो एक तो पहली बात है वो बाजिद है कि उसने ये कत्ल नहीं किया, और फिर वो कहता है कि अब मैंने कत्ल करना है। इन हथकड़ियों में जकड़े हुए इस मुल्जिम का ये कहना है कि अब मैं वो कत्ल करूंगा जब वो 2 मुकम्मल हो जाएंगे, दूसरा कत्ल जब मैं कर दूंगा, ये जो लड़का गिरफ्तार है, तो फिर मैं आपको सारी बात भी बताऊंगा। अभी इतनी ही बात है। अभी देखें ना, नाउ ही विल फेस द म्यूज़िक। ठीक है, वो कानून के कटहरे में है, हमारे पास स्ट्रॉन्ग एविडेंस है, इन्वेस्टिगेशन है भी, एविडेंसेस की कलेक्शन का नाम। बिल्कुल ऐसे ही है। हाँ, वो हम जब मिसल में इंशाल्लाह इनकॉर्पोरेट करेंगे, सारी चीज़ें कोर्ट में प्रेजेंट करेंगे, तो फिर ये इसके जो अभी जोम है वो सारा निकल जाएगा, वो ठीक हो जाएगा। ठीक है। अभी शायद वो सोच रहा है कि जो मैंने मदई मेरा भाई है, लेकिन वी आर एडिंग सेक्शन 311 इनटू इट। जब वो सेक्शन इसमें ऐड हो जाएगी तो इसको थोड़ा सा समझ आएगी। बिल्कुल, वो बड़ा ज़रूरी है इस किस्म के केसेस में जिसमें इख्तियार ही नहीं रहता मुदई के पास। बेगुनाह गए तो नासर ते फिर तेरे घर वाले आके की कहंदे ने, तैनू की गुफ्तगू करदे ने कि यार तेरे नाल ते ज़्यादती हो रही, ते साडा कत्ल हो गया ते नाल तैनू फड़ लिया, ऐ नहीं कहंदे आके? बिल्कुल कहंदे। फिर तू की कहना अगों? कुछ भी नहीं, 2000 देने लग गया। भरा की कह के गया, मिल के की गया? कुछ भी नहीं, भरा मैनू मिल के नहीं गया, बयान लिखा गया। की बयान लिखा के गया? पता नहीं, हुण मैनू तो नहीं पता की बयान लिखवा। वो लिखा गया कि तू कातिल है? सर जी लिखा गया, हुण मैनू मैं वेख्या ही नहीं अजे, तो मैं किवें ते कह। फिर तू कह सकदा तू कातिल नहीं? हुण मैं सर जी वेखांगा तो मैनू पता लगे, नाले मेरी तफ्तीश चल रही है। तफ्तीश चल रही है? तफ्तीश इसकी चल रही है कि मुकम्मल हो गई और ये कातिल है, ये तो बताएं जरा इससे। हमने देखें ये हमारे पास ना फिजिकल रिमांड पे है, जिस्मानी रिमांड। हाँ जी सर, ये हमारे पास रिमांड पे है, इनसे इन्वेस्टिगेशन जारी है। इसको भी नहीं पता इसके खिलाफ जो हमारे पास एविडेंसेस है। सही।
वो जब ये कल को कोर्ट में फेस करेगा ट्रायल को, तो इसको समझ आ जाएगी मेरे खिलाफ कौन कौन सी एविडेंसेस जो है वो केस फाइल के हिसाब बन चुके हैं। डॉक्टर साहब, ये मुआशरे में क्या हो रहा है? एक तो कत्ल की वारदात कर देना, फिर खड़े रहना, फिर इसका बार बार ये एक कहना था कि मैंने अपने मुआशरे में जीना नहीं है, मैंने वहाँ पे जाके लोग मुझे जीने नहीं देंगे, मैंने ये कत्ल की वारदात, ये रिकॉर्ड है, ये सारी चीज़ें जो मैं आपकी बात कर रहा हूँ। और वो कहता है मैंने अब एक और कत्ल करना है, थोड़े दिनों बाद मैंने बाहर आ जाना है और फिर मैं कत्ल करूँगा, फिर आप मेरा इंटरव्यू लीजिएगा। तो ये क्या है? मुआशरे में चल क्या रहा है? ऐसे ही कत्लो गारत करने के लिए मुआशरे में आए हैं लोग? ये गांव में एक बड़ा अजीब कल्चर होता है। जब ये फसल उठा लेते हैं गांव के लोग, तो फिर उसको जब 4 पैसे आ जाते हैं तो फिर वो उसको लगाने का सोचते हैं, इसको खर्च करने का। सही। फिर वो जो अनापरस्ती है और अपनी दुश्मनी है वो निभाने के लिए वो इस तरह के अच्छे हथकंडे आते हैं। लेकिन जब वो फसल का खर्चा ख़त्म हो जाता है, वो जो आमदन आई होती है वो ख़त्म हो जाती है, तो फिर एक दूसरे के पाँव भी पकड़ते हैं। बिल्कुल। जब उधार भी देना तो बंद हो जाते हैं। डॉक्टर साहब, वसी तजर्बा है आपका, आप इन्हीं कसूर और बेतहाशा जगह पर SHOs रहे, FIA में भी काम किया, तरह तरह के मुल्ज़मान देखे, तो ये ऐसी ही बात है। तो पहलियों का भी जिक्र हो रहा था, कोई 6 किले ये पहलियाँ तो ऐसे केसेस में बिक बुक जाती हैं और कुछ भी नहीं रह जाता। अक्सर औकात ऐसे भी तो देखा है, बड़ी बड़ी पहलियाँ अना के चक्कर में चली जाती हैं। बस ये जो बरादरी सिस्टम है कि तू जट है, तू गिल है, तू फलाना है, तू सिंधु है, तू फलाना है, ये चीज़ें जो इनको बचपन में सिखाई जाती हैं ना, वो इनको ये इस तरह की बुराइयों की तरफ लेके जाती हैं और वो बुराइयां बन के जुर्म बन जाते हैं बहुत बड़े। और ये इन्होंने अनापरस्ती की खातर और ये सारे यहाँ तक बात पहुँच गई। दूसरी पार्टी भी हटतर में नहीं कि वो बड़े सीधे हैं, बड़े सिंपल लोग नहीं, वो भी डिफरेंट है, मैंने उससे भी की है, वो भी और ही तरह के लोग हैं। उससे फील होता है कि गांव में कल्चर कैसा है, कोई शर्मिंदगी नहीं है, नदामत नहीं है, परेशानी नहीं है, मतलब अकड़ है बहुत ज्यादा। अगर वो शादी करना चाहता था तो उसके बड़े डिसेंट वे हैं माशरे में, देखें वो उसके पेरेंट्स के पास जाएं, उनको प्यार से समझाएं, उसकी मिन्नत करें, गांव के लोग डालें। सही, ठीक है। अगर जवान है, दोनों लड़का लड़की बालग हैं, तो अपनी ख्वाहिश का इजहार कर रहे हैं, तो ठीक है, पेरेंट्स को उनको कंसिडर करना चाहिए। तो ये बात भी सामने आई कि इन्होंने ऑफ़र की थी कि अगर ठीक है, अगर आप रिश्ता लेना चाहते हैं तो आप हमें रिश्ता दे दें, हम आपको रिश्ता दे देते हैं। हाँ जी, वो बट्टा सट्टे की ऑप्शन आई थी, इनको ऑप्शन आई थी, लेकिन वो उन्होंने कंसिडर नहीं की। तो दरमियानी रास्ता तो दोनों साइडों से नहीं निकल रहा था। सही। अल्टीमेटली वो एक इंसान की जान ले गई। अब इसके हवाले से आपके पास कौन कौन से ऐसे शवाहिद मौजूद हैं, और जो पहले मुल्ज़मान गिरफ्तार थे जो FIR में, उनका क्या स्टेटस होगा? क्या उन्हें रिहा कर दिया जाएगा और इस केस में मज़ीद क्या होगा? एक्चुअली इन्वेस्टिगेशन केस की जारी है, ठीक है। हम प्रीएम्प्ट नहीं कर सकते, हमको कंक्लूड नहीं कर सकते, क्योंकि अभी तक ये हमारे पास रिमांड पे है। इसके खिलाफ जो एविडेंसेस हैं वो हमारे सामने हैं, वहाँ के कुछ गांव के लोग हैं, कुछ और दीगर एविडेंसेस भी हैं जो हम अभी, क्योंकि अभी केस मौके पर जो है वो सामने लाए, अभी उसको जिक्र नहीं कर सकता। लेकिन ये मैं आपको सर्टेनिटी के साथ कह सकता हूँ कि हमारे पास स्ट्रॉन्ग एविडेंसेस हैं जिसकी वजह से कोई इंशाल्लाह कैपिटल पनिशमेंट होगी। और वो पहले जो आपने जिक्र किया कि वो दफ़ा का ख़ास तौर पर ऐड करना, वो इस केस में बहुत ज़्यादा ज़रूरी भी दिखाई दे रहा है। हाँ जी, इसको शर्मी का शिकार है ना ये, इसको ये मेरा भाई मदई है तो वो कंप्रोमाइज़ हो जाएगा। हाँ, कंप्रोमाइज़ हो जाएगा, तो ये हो जाएगा, वो हो जाएगा, इसीलिए ये अब स्कॉन्ड भी किए रहा है तो माँ तकरीबन। अच्छा, इसके कत्ल करने की जो वजूहात इन्वेस्टिगेशन में सामने आई हैं वो क्या हैं? क्या कोई राब्ता था अभी तक उस लड़की के साथ? क्या था एक्चुअली लड़की की ये कहीं और एंगेजमेंट वगैरह कर रहे थे उस दिन, और वो कह रहे हैं की है एंगेजमेंट उसी दिन की है और वकूआ हुआ है जिस हाँ, ईद आने वाली थी, छोटी ईद उल फितर जो है वो आने वाली थी, और जहाँ पे वो लड़की की एंगेजमेंट की थी वो लोग, वो जो हमारी रस्म है ईद देने दुनिया आते हैं, तो वो जो लड़का दूसरा था उस्मान, जाहिर है जो कहता था मैंने इस लड़की से शादी करनी है, उसका इस मेन प्राइम एक्यूज के साथ लड़ाई झगड़ा भी हुआ था 1-2 दिन से। गांव में मेला था और मेले में भी आपस में उलझे हैं, और थोड़ी इस बात से भी ये इनकारी है कि कहता है ये झूठ है कहानी सारी, उसमें भी उलझे हैं। और गांव के लोग बहुत ज़्यादा रिश्तेदार को जो इनके करीबी हैं वो भी आई विटनेसेस इन्वॉल्व हुए उस केस में। इनकी पंचायत भी हुई छोटी मोटी आपकी सुलह की, लेकिन उस सुलह में
जब वो उस लड़की ने ज़ाहिर है कोई ऐसी बात की जो इससे ये हर्ट हुआ, इसको फील हुआ कि ये मेरी सिस्टर जो है शायद वो मेरी कहने में नहीं है, वो मेरी बात शायद नहीं मान रही, इससे ये थोड़ा सा फीरियस हुआ जिसकी वजह से एक्साइटमेंट में इसने ये ऐसी हरकत की। अच्छा, वो आपस में वो खत्म हो चुका था, वो राब्ता वगैरह, वो कोई 2 साल ऐसी- पहले नहीं था, लेकिन अच्छा, वो इसमें भी ये बात करता है कि वो 3 माह 1.5 साल है गया कि 3 महीने पहले 1.5 ਸਾਲ ਤੋਂ ਚੱਲ ਰਹੀ ਸੀ ਗੱਲ, 3 ਮਹੀਨੇ ਤੋਂ ਖਤਮ ਹੋਈ ਸੀ ਗੱਲ। 3 महीने तो खत्म हुई सी, तो इतनी देर ये लटका के मतलब साथ साथ गांव में वो लड़का अपनी तरफ से एफर्ट करता रहा है ना, हम्म तो इसको रंज ये था कि ये लड़की जो है ये वो हमारी सपोर्ट नहीं करती, वो हमारी बात नहीं मान रही। इसका उस लड़के के साथ राब्ता है। आजकल जाहिर है मोबाइल एक ऐसी एसेसरी है कि जिसके जरिए एक दूसरे को अप्रोच। शक था मतलब हाँ। ये उसी की जी उसी की चक्कर। ये उसी की करतानी ਤੇ ਹੁਣ ਵੀ ਉਹੀ ਮੌਕਫ ਹੀ ਕਤਲ ਕਰਨਾ ਹੈ, ਫੇਰ ਕਰਨਾ ਹੈ ਕਤਲ। ਸਰ ਜੀ ਜਦੋਂ ਤੁਸੀਂ ਇਹ ਛੱਡੋਗੇ ਖਬਰ ਤੇ ਇੰਤਸ਼ਾਰ ਮਸਲਨ ਕਿ ਪਿੰਡ ਵਾਲੇ ਲੋਕ ਜੀਣ ਦੇਣਗੇ, ਸੋਚੋ ਤੁਸੀਂ ਗੱਲ। ਨਹੀਂ ਤੇ ਪਿੰਡ ਵਾਲੇ ਲੋਕਾਂ ਨੂੰ ਹੁਣ ਕੀ ਪਤਾ ਹੈ ਕਿ ਕੀ ਹੋਇਆ ਹੈ ਇਸ ਟਾਈਮ, ਉਹਨਾਂ ਨੂੰ ਕੀ ਪਤਾ ਹੈ ਜਾਂ ਦੱਸਦੇ, ਉਹਨਾਂ ਨੂੰ ਅਗਰ ਕੁਝ ਨਹੀਂ ਪਤਾ ਇੱਥੇ ਹੀ ਇਹ ਪ੍ਰੋਗਰਾਮ ਖਤਮ ਕਰ ਦੇਣੇ। ਪਿੰਡ ਵਾਲਿਆਂ ਨੂੰ ਕੀ ਪਤਾ ਹੈ? ਰਿਸ਼ਤੇਦਾਰਾਂ ਤੇ ਦੂਜਿਆਂ ਤੀਜਿਆਂ ਤੇ ਹਰ ਥਾਂ ਤੇ ਖਬਰ ਜਦੋਂ ਇਹ ਕੀਤਾ ਹੀ ਤੇ ਉਹਦੇ ਤੋਂ ਪਹਿਲੇ ਸੋਚਣਾ ਸੀ ਨਾ। ਬਿਆਨ ਦੇ ਰਿਹਾ, ਠੀਕ ਹੈ, FIR ਦੇ ਮੁਤਾਬਕ ਬਿਆਨ ਦੇ ਰਹੇ। ਹੋਰ ਕੋਈ ਮੈਸੇਜ ਦੇਣਾ ਚਾਹੁੰਦਾ ਹੈ, ਕੋਈ ਸ਼ਰਮਿੰਦਗੀ ਹੋਵੇ ਕਿਸੇ ਗੱਲ ਦੀ, ਕੋਈ ਥੋੜੀ ਜੀ ਹੁਕੂਮਤ ਜਿਹੜੀ ਲੱਗੀ ਇਹਦੀ ਥੋੜੀ ਸ਼ਰਮਿੰਦਗੀ ਹੈਗੀ ਹੈ। ਬਿਲਕੁਲ ਸ਼ਰਮਿੰਦਗੀ ਹਰ ਇਨਸਾਨ ਨੂੰ ਹੁੰਦੀ, ਕਿਉਂ ਨਹੀਂ ਹੁੰਦੀ। ਕਿਸੇ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਹੈ, ਤੇਰੀ ਤਰ੍ਹਾਂ ਦੇ ਹੋਰ ਵੀ ਤੇ ਹੋਣਗੇ ਨਾ, ਕੋਈ ਬਦਮਾਸ਼ ਲੋਕ, ਪਹਿਲਵਾਨ ਲੋਕ ਇਲਮ ਹਾਸਲ ਕਰ ਲੈ, ਜਿਹੜੇ ਹੱਥਕੜੀਆਂ ਚੋਂ ਧਮਕੀਆਂ ਲਾਉਂਦੇ ਹੋਣ। ਮੈਂ ਤੇ ਪਹਿਲੇ ਇਹੋ ਜਿਹੇ ਨਹੀਂ ਵੇਖੇ ਕਿ ਜਿਹੜੇ ਹੱਥਕੜੀ ਪਾ ਕੇ ਕਹਿਣ ਕਿ ਮੈਂ ਕਤਲ ਕਰਨਾ ਹੈ। ਇਹ ਤੇ ਤੂੰ ਪਹਿਲਾਂ ਵਾਹਿਦ ਹੈ ਇਹ ਸਰ ਜੀ, ਕਿਉਂ ਨਹੀਂ। ਹਾਂ, ਤੇ ਤੂੰ ਵੇਖਿਆ ਨਾ ਮੇਰਾ ਪ੍ਰੋਗਰਾਮ, ਕਿਸੇ ਨੇ ਕਿਹਾ ਪਹਿਲੇ ਕਿ ਮੈਂ ਕਤਲ ਕਰਨਾ ਹੈ ਹੁਣ, ਤੇ ਫਿਰ ਤੁਹਾਨੂੰ ਬੁਲਾਵਾਂਗਾ ਇੰਟਰਵਿਊ ਦੇਣ। ਤੇ ਤੂੰ ਵਾਹਿਦ ਹੈਗਾ ਜਿੰਨੇ ਮੈਨੂੰ ਕਹੀ ਇਹ ਗੱਲ। ਮੈਨੂੰ ਤੇ ਪਰੇਸ਼ਾਨੀ ਹੋ ਰਹੀ ਹੈ ਕਿ ਹਜੇ ਵੀ ਤੂੰ ਨਹੀਂ ਸੰਭਲਿਆ, ਹਜੇ ਵੀ ਤੈਨੂੰ ਕੋਈ ਸ਼ਰਮਿੰਦਗੀ ਨਹੀਂ ਹੋਈ। ਇਨਸਾਨੀ ਜਾਨ ਲੈ ਲੈਣਾ ਕੋਈ ਤੁਹਾਡੇ ਵਾਸਤੇ ਕੋਈ ਚੱਕਰ ਹੀ ਨਹੀਂ ਹੈ ਕਿਸੇ ਕਿਸਮ ਦਾ। ਅਗਲੀ ਤਿਆਰੀ ਕਰ ਰਹੇ ਹਾਂ ਕਿ ਇੱਥੋਂ ਛੁੱਟ ਜਾਏਗਾ ਆਰਾਮ ਦੇ ਨਾਲ। ਨਹੀਂ, ਮੈਂ ਕਿਦੋਂ ਕਹਿ ਰਿਹਾ ਮੈਂ ਆਰਾਮ ਨਾਲ ਛੁੱਟ ਜਾਵਾਂ। ਹਾਂ, ਜਦੋਂ ਵੀ ਅੱਲਾ ਸਵਾਬ ਲਾਏਗਾ, ਮੈਂ ਤੇ ਇਹ ਗੱਲ ਕਹਿ ਰਿਹਾ, ਠੀਕ ਹੈ, ਜੋ ਵੀ। ਅੱਲਾ ਤੇ ਯਕੀਨ ਰੱਖਦਾ ਹੈ ਬਿਲਕੁਲ। ਤੇ ਅੱਲਾ ਤੇ ਮਨਾ ਕਰਦਾ ਹੈ ਇਹੋ ਜਿਹੇ ਕੰਮਾਂ ਤੋਂ। ਉਹ ਤੇ ਕਹਿੰਦਾ ਹੈ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ। ਉਹ ਤੇ ਨਹੀਂ ਕਹਿੰਦਾ ਕਤਲੋ ਗਾਰਤ ਕਰੋ ਇਸ ਜ਼ਮੀਨ ਦੇ ਉੱਤੇ ਜਾ ਕੇ, ਇੰਤਸ਼ਾਰ ਫੈਲਾਓ, ਕਤਲੋ ਗਾਰਤ ਕਰੋ, ਆਪਣੇ ਘਰ ਦੇ ਵਿੱਚ ਭੈਣਾਂ ਨੂੰ ਮਾਰੋ। ਸਾਡੀ ਪੰਚਾਇਤ ਉੱਥੇ ਬੈਠੀ, ਸੁਲ੍ਹਾ ਚੱਲਦੀ ਪਈ ਸੀ ਕਿ ਇਸ ਕੰਮ ਨੂੰ ਇੱਥੇ ਖਤਮ ਕਰ ਦਿੱਤਾ ਜਾਵੇ, ਅਗਾਂਹ ਕਤਲ ਨਾ ਹੋਣ, ਸੁਲ੍ਹਾ ਹੋ ਜਾਵੇ ਇਹਨਾਂ ਦੀ ਆਪਸ ਵਿੱਚ, ਸਾਰਾ ਸਿਸਟਮ ਕਲੋਜ਼ ਹੋ ਜਾਏਗਾ। ਉਹ ਚੱਲਦੀ ਪਈ ਹੈ। 2-4 ਦਿਨਾਂ 'ਚ ਅਗਰ ਸੁਲ੍ਹਾ ਸਾਡੀ ਹੋ ਜਾਂਦੀ ਹੈ ਤੇ ਠੀਕ ਹੈ, ਅਸੀਂ ਬਹਿਨੇ ਆ, ਪਿੰਡ ਦੀ ਮੰਨਣੀ ਵੀ ਪੈਂਦੀ ਹੈ, ਜਿੱਥੇ ਰਹੀਏ ਉਹਨਾਂ ਦੀ ਮੰਨਣੀ ਵੀ ਪੈਂਦੀ ਹੈ। ਚਲੋ ਸ਼ੁਕਰ ਹੈ ਕੋਈ ਅੱਛੀ ਗੱਲ ਕੀਤੀ, ਤੇਰੇ ਮੂੰਹੋਂ ਮੈਨੂੰ ਅੱਛਾ ਲੱਗਾ ਸੁਣ ਕੇ। ਤੁਹਾਡੇ ਨਾਲ ਸਰ ਜੀ ਅੱਛੀ ਕਰਨ ਦਿਆ, ਬੁਰੀ ਕਿਹੜੀ ਕੀਤੀ। ਨਹੀਂ ਕਤਲੋ ਗਾਰਤ ਤਾਂ ਥੱਲੇ ਤੇ ਆ ਹੀ ਨਹੀਂ ਰਿਹਾ ਸੀ। ਹੁਣ ਤੂੰ ਅਮਨ ਨਾਲ ਵੀ ਆਇਆ ਨਾ, ਉਹ ਮੈਨੂੰ ਠੀਕ ਲੱਗੀ ਹੈ ਥੋੜੀ ਜੀ ਗੱਲ। ਇੰਜ ਜ਼ਿੰਦਗੀ ਗੁਜ਼ਾਰਨ 'ਚ ਕੋਈ ਹਰਜ ਹੈ? ਜ਼ਿੰਦਗੀ ਕੋਈ ਬੁਰੀ ਚੀਜ਼ ਹੈਗੀ ਹੈ? ਪਿੰਡ ਦੇ ਵਿੱਚ ਬਈਦਾ ਪਰੇ ਹੁੰਦੀ ਆ, ਵੱਡਿਆਂ ਦੀ ਮੰਨਣੀ ਪੈਂਦੀ ਆ, ਜਿਵੇਂ ਕਹਿਣ ਕਿ ਇਸ ਕੰਮ ਨੂੰ ਇੱਥੇ ਰੋਕ ਦਿੱਤਾ ਜਾਵੇ, ਅਗਾ ਨਾ ਵਧਾਇਆ ਜਾਵੇ। ਕੁਝ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਸਾਰਾ ਕੁਝ ਸਾਨੂੰ ਥੋੜੀ ਚਾਹੀਦਾ ਵਾ। ਬਿਲਕੁਲ, ਉਹਨਾਂ ਨੂੰ ਵੀ ਚਾਹੀਦਾ ਕੋਈ ਹੋਣ, ਕੋਈ ਨੀਵੇਂ ਹੋਣ। ਨੀਵੇਂ ਹੋਣਾ ਚਾਹੀਦਾ ਹੈ, ਸਭ ਨੂੰ ਨੀਵੇਂ ਹੋਣਾ ਚਾਹੀਦਾ ਹੈ, ਇੱਕ ਦੂਸਰੇ ਨੂੰ ਨੀਵੇਂ ਹੋਣ 'ਚ ਕੋਈ ਹਰਜ ਨਹੀਂ। ਇੱਕ ਸਾਡੇ ਘਰੋਂ ਸਾਡੀ ਸਿਸਟਰ ਤੁਰ ਗਈ ਹੈ ਤੇ ਇੱਕ ਉਹ ਸਾਡੇ ਨਾਲ ਫਿਰ ਵੀ ਬਦਤਮੀਜ਼ੀ ਕਰਨ, ਫਿਰ ਬਹਿ ਤਾਂ ਨਹੀਂ ਨਾ ਸਕਦੇ ਅਸੀਂ। ਮੈਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨ ਦਿਆਂ ਵਾਂ ਕਿ ਅੱਗੇ ਤੋਂ ਅਗਰ ਉਹ ਸਾਡੇ ਨਾਲ ਕੋਈ ਗਲਤ ਕਦਮ ਚੁੱਕਦੇ ਤੇ ਸਾਡਾ ਹੀ ਮਜਬੂਰੀ ਚੁੱਕਣਾ, ਪਿੰਡ ਦੇ ਵਿੱਚ ਬਹਿਣਾ ਹੈ ਤੇ ਸਾਨੂੰ ਕੁਝ ਕਰਨਾ ਪੈਣਾ। ਮੈਂ ਇਹ ਗੱਲ ਸਮਝ, ਹੋਰ ਮੈਂ ਇਹ ਨਹੀਂ ਕਹਿਣ ਦਿਆ ਕਿ ਮੈਂ ਇੰਜ ਕਰ। ਇਹ ਲੋਕਾਂ ਨੇ ਅਗਰ ਤੁਹਾਡੀਆਂ ਪੈਲੀਆਂ ਵਿਕ ਜਾਣ, ਤੇਰਾ ਜਨਰਲ ਸਟੋਰ ਬੰਦ ਹੋ ਜਾਵੇ, ਇਹ ਜਿੰਨੇ ਪਿੰਡ ਵਾਲੇ ਤੁਹਾਨੂੰ ਗੱਲਾਂ ਕਰਦੇ ਨੇ, ਇਹ ਰੋਟੀ ਦੇਣਗੇ ਤੁਹਾਨੂੰ? ਇਹ ਮੈਨੂੰ ਜਵਾਬ ਦੇਣਾ ਤੂੰ। ਮੈਨੂੰ ਨਹੀਂ ਦੇਣਗੇ, ਲੋਕ ਨਹੀਂ ਸਮਝਦੇ, ਪਿੰਡਾਂ ਦਾ ਕਲਚਰ ਹੋ ਰਿਹਾ, ਸ਼ਹਿਰਾਂ ਦਾ ਹੋ ਰਿਹਾ। ਉਹ ਨਹੀਂ ਹੈ ਤਾਂ ਉਹ ਵੀ ਇੰਜ ਦੇ ਹੀ ਹੈ, ਸਾਰੇ ਇੱਕੋ ਵਰਗੇ ਨੇ। ਇਹ ਰੋਟੀ ਦਿੰਦੇ ਨੇ ਲੋਕ। ਇਹ ਜਿਹੜਾ ਲੋਕਾਂ ਕੋਲੋਂ ਤੁਸੀਂ ਕਹਿੰਦੇ ਹੋ ਕਿ ਲੋਕਾਂ ਨੇ ਇਹ ਕਰਤਾ, ਲੋਕਾਂ ਨੇ ਸਾਨੂੰ ਜੀਣ ਨਹੀਂ ਦੇਣਾ, ਲੋਕ ਤੈਨੂੰ ਕਾਤਲ ਬਣਾ ਕੇ ਸਜ਼ਾਏ ਮੌਤ ਤੋਂ ਬਚਾ ਲੈਣਗੇ। ਮੈਨੂੰ ਇਹ ਦੱਸ ਦੇ। ਨਹੀਂ ਲੈਣਗੇ, ਮੇਰੀ ਗੱਲ ਸੁਣੋ। ਜਿਹੜਾ ਮਸਲਨ ਪੰਜਾਬ ਹੈ, ਜਿਵੇਂ ਸਿੰਧ ਤੋਂ ਕੋਈ 40-50 ਸਾਲ ਅੱਗੇ ਆ, ਇੰਜ ਪਿੰਡ ਜਿਹੜੇ ਨੇ, ਸ਼ਹਿਰ ਜਿਹੜੇ, ਉਹਨਾਂ ਤੋਂ ਕੋਈ 40-50 ਸਾਲ ਅੱਗੇ ਆ। ਓਏ ਹੁਣ ਤੇ ਜਿੱਦਤ ਆ ਗਈ ਹੈ, ਤੂੰ ਮੋਬਾਈਲ ਫੋਨ ਤੇ ਹੀ ਮੈਨੂੰ ਵੇਖਦਾ ਹੈ ਨਾ। ਤੂੰ ਕਿਹੜਾ ਟੈਲੀਵਿਜ਼ਨ ਤੇ ਵੇਖਦਾ ਜਾਂ ਐਂਟੀਨਾ ਸਿੱਧਾ ਕਰਕੇ ਵੇਖਦਾ ਤੇ ਟੈਲੀਫੋਨ ਤੇ ਵੇਖਦਾ? ਤੇ ਹਰ ਜਗ੍ਹਾ ਜਿੱਦਤ ਆ ਗਈ ਹੈ। ਹੁਣ ਕਿਹੜਾ ਪਿੰਡ ਤੇ ਕਿਹੜਾ ਸ਼ਹਿਰ? ਜਿੱਦਤ ਤੇ ਆ ਗਈ, ਫਿਰ ਵੀ ਪਿੰਡਾਂ ਦੇ ਰਿਵਾਜ, ਸਰ ਪਿੰਡਾਂ ਦੇ ਤੇ ਰਿਵਾਜ ਚੰਗੇ ਰਿਵਾਜ ਰੱਖੀਦੇ ਨਾ, ਘਟੀਆ ਰਿਵਾਜ ਮੁਕਾ ਦੇਈਦੇ। ਹਰ ਬੰਦਾ ਅਮਨ ਚਾਹੁੰਦਾ, ਹਰ ਬੰਦਾ ਚਾਹੁੰਦਾ ਸਕੂਨ ਦੀ ਰੋਟੀ ਖਾਈਏ। ਜਦੋਂ ਨਹੀਂ ਕੋਈ ਜੀਣ ਦਿੰਦਾ, ਕੋਈ ਮੁਸ਼ਕਲ ਹੋ ਕੇ ਕਦਮ ਚੁੱਕਦਾ ਵਾ, ਕੋਈ ਬੰਦਾ ਵੀ ਨਹੀਂ ਚਾਹੁੰਦਾ ਕਿ ਮੈਂ ਕ੍ਰਿਮੀਨਲ ਬਣਾ।
ਬਣਾਇਆ ਜਾਂਦਾ ਸਰ, ਮਜਬੂਰ ਹੁੰਦਾ ਇਨਸਾਨ ਤੇ ਫਿਰ ਕੋਈ ਕੰਮ ਕਦਮ ਤੇ ਇਹ ਲੋਕਾਂ ਦੀਆਂ ਗੱਲਾਂ ਹੀ ਨਾ ਸੁਣੋ ਜਿਨ੍ਹਾਂ ਨੇ ਤੁਹਾਡੇ ਵਾਸਤੇ ਕੁਝ ਵੀ ਨਹੀਂ ਕਰਨਾ, ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ ਕਤਲੋਗਾਰਤ ਕਰੋਗੇ ਤੇ ਕਿਹਦਾ ਨੁਕਸਾਨ ਹੋਏਗਾ? ਅਲਟੀਮੇਟਲੀ ਤੁਹਾਡਾ ਨੁਕਸਾਨ ਹੋਏਗਾ, ਤੁਹਾਡੀ ਫੈਮਿਲੀ ਦਾ ਨੁਕਸਾਨ ਹੋਏਗਾ। ਉਹ ਜਿਹੜੇ ਚੰਗੇ ਭਲੇ ਰੋਟੀ ਖਾਂਦੇ ਉਹ ਰੋਟੀ ਤੋਂ ਵੀ ਜਾਣਗੇ। ਦੋਨੋਂ ਤਰਫ ਸੋਚੀਦਾ ਹੈ। ਹੁਣ ਅਗਰ ਅਸੀਂ ਉਹਨਾਂ ਨੂੰ ਮਸਲਨ ਸੁਲ੍ਹਾ ਲਈ ਆਏ ਨੇ, ਅਸੀਂ ਕਿਹਾ ਚਲੋ ਠੀਕ ਹੈ ਬਹਿ ਕੇ ਤੇ ਫੈਸਲਾ ਕਰ ਦਿਓ, ਸੁਲ੍ਹਾ ਹੋ ਜਾਂਦੀ ਹੈ। ਕਦੋਂ ਆਏ ਸੁਲ੍ਹਾ ਲਈ? ਇਹ ਤਕਰੀਬਨ ਕੋਈ ਮਹੀਨਾ ਕੋ ਚੱਲੋ। ਅੱਛਾ, ਇਸ ਕਤਲ ਤੋਂ ਬਾਅਦ? ਕਤਲ ਤੋਂ ਬਾਅਦ ਤਕਰੀਬਨ ਕੋਈ ਆਏ ਨੇ, ਆਣ ਕੇ ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੇ ਕੀਤੀ ਚਲੋ ਠੀਕ ਹੈ। ਵੱਡਿਆਂ ਵੀ ਸੋਚਿਆ ਕਿ ਇਸ ਕੰਮ ਨੂੰ ਇੱਥੇ ਰੋਕ ਦੀਏਗਾ ਨਾ ਵਧੇ। ਬਾਕੀ ਫਿਰ ਸੁਲ੍ਹਾ ਦੇ ਵਿੱਚ ਅਣਬਣ ਹੋ ਗਈ ਹੈ, ਗੱਲਾਂ ਦੀ ਵਜ੍ਹਾ ਤੋਂ ਲੋਕਾਂ ਨੇ ਕੋ ਉਹਨਾਂ ਨੂੰ ਸੁਣਾਈਆਂ, ਕੋ ਸਾਨੂੰ ਸੁਣਾਈਆਂ, ਫਿਰ ਨਿਖੜ ਗਏ। ਹੁਣ ਇਨਸ਼ਾਅੱਲਾ ਵੇਖਨੇ ਅਗਰ ਸੁਲ੍ਹਾ ਹੋ ਗਈ ਤੇ ਠੀਕ ਹੈ, ਨਾ ਹੋ ਗਈ ਤੇ ਫਿਰ ਮਜਬੂਰੀ ਤੌਰ ਇਨਸਾਨ ਕੋਈ ਵੀ ਕਦਮ ਚੁੱਕ ਸਕਦਾ। चलो मजबूरी तौर कोई भी कदम चुक सकता है, ਤੁਹਾਡਾ बयान है। नाजरीन, आपने गुफ्तगू सुनी कि किस तरह से ये जो अना है, ये जो तकब्बुर है, ये किस तरह से इस दलदल में घुसा देता है। और वो लोग जिनसे अक्सर ऐसी बात होती है कि लोग क्या कहेंगे, ये क्या हो गया, लोग क्या कहेंगे, तो लोग ना किसी को खाना देते हैं, ना किसी को कहीं पे छोड़ के आते हैं, ना किसी तकलीफ दुख दर्द में उसका सहारा बनते हैं, लेकिन उससे बातें ज़रूर करते हैं और बातें कर करके उसे एक मुजरिम भी बना देते हैं, कातिल भी बना देते हैं। और लोगों की ये बातें, ये कहाँ की अना है, कहाँ का मुआशरा है, किस तरफ जा रहा है? कत्लो गारत हो रही है, अपने घर में ही कत्ल की वारदातें हो रही हैं। बहन को कत्ल किया जा रहा है, कोई माँ को कत्ल कर रहा है, कोई बाप बेटे को कत्ल कर रहा है। इस मुआशरे को संवारने के लिए हम सबको एक किरदार अदा करना होगा। और खुदारा आप भी सोचिए, जो लोगों के बारे में बातें करते हैं, जो लोगों को तैश में लेके आते हैं, क्या जिस तरह से आप लोगों के बच्चों को तैश में लेके आते हैं, बातें करते हैं, कोई आपके घर वालों को, आपके बच्चों को भी तैश में लाएगा और आपका घर भी इसी तकब्बुर की, अना की आग में जलता हुआ आपके सामने जलकर खाकसार हो जाएगा और आप देखते रह जाएंगे। क्योंकि ये मुआशरा, ये दुनिया है, जैसा करेंगे वैसा भरेंगे। तो हुन की करेंगे आगे ज़िंदगी फिर आएगा, हुन फिर कत्ल करना है, करना पैना, हुन बहना नहीं पिंड कत्ल करता फिर तू ਨਹੀਂ ਜੀ ਅਸੀਂ ਨਹੀਂ ਕੀਤਾ, ਉਹਨੇ ਹੀ ਕੀਤਾ। ਉਹਨਾਂ ਦੇ ਘਰ ਦਾ ਕੋਈ ਮਸਲਾ ਹੈ, ਕਿਸ ਤਰ੍ਹਾਂ ਕੀਤਾ ਹੈ, ਕੀ ਲੈਣ ਦੇਣ ਹੈ, ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਸਾਨੂੰ ਇਹ ਪਤਾ ਲੱਗਾ ਕਿ ਤੁਹਾਡੇ ਉੱਤੇ ਪਾਤਾ ਨਾ। नाजरीन, अब हम आपको दिखाएंगे कि किस तरह से शातिर मुलजिम ने कैमरे बंद होते ही अपने जुर्म का एतराफ किया। नहीं, उस्मान ने क्यों मारे है, कत्ल क्यों किया? तू मैनू अपनी गल ते मौकफ या ते फिर तू सच बोल साडे नाल, कोई सच गल दस ना, क्यों मारे भैन? ਹੁਣ ਇੱਜ਼ਤ ਕਿੱਥੇ? ਜਦੋਂ ਭੈਣ ਨੂੰ ਕਤਲ ਕਰ ਰਿਹਾ ਸੀ ਤੇ ਇਹ ਨਹੀਂ ਪਤਾ ਸੀ ਕਿ ਕਤਲ ਕਰਾਂਗਾ, ਪੁਲਿਸ ਆਏਗੀ, ਆਪਣੀ ਇੱਜ਼ਤ ਆਪ ਖਰਾਬ ਕਰ ਰਹੇ ਹਾਂ। ਹੁਣ ਕਿਹੜੀ ਇੱਜ਼ਤ ਹੈ? ਮੈਨੂੰ ਇਹ ਚੀਜ਼ਾਂ ਦੇ ਜਵਾਬ ਦੇ ਦੇ, ਮੈਂ ਪ੍ਰੋਗਰਾਮ ਨਹੀਂ ਕਰਾਂਗਾ। ਇਹਨੂੰ ਵੀ ਮਾਰਨਾ ਸੀ, ਨਿਕਲ ਗਿਆ ਸੀ। ਇਹਨੂੰ ਵੀ ਮਾਰਨਾ ਸੀ? ਇਹਨੂੰ ਅੱਛਾ, ਨਿਕਲ ਗਿਆ ਸੀ। 2 ਮਹੀਨੇ ਮੈਂ ਐਸੇ ਵਜ੍ਹਾ ਤੋਂ ਪੇਸ਼ ਨਹੀਂ, ਮੈਨੂੰ ਮੀਡੀਆ ਦੇ ਪੱਕਿਆਂ ਦਾ ਪਤਾ ਸੀ। ਤੁਹਾਡੇ ਮੈਂ ਪ੍ਰੋਗਰਾਮ ਬੜੇ ਵੇਖੇ ਨੇ, ਜਿਵੇਂ ਤੁਸੀਂ ਮੇਰੇ ਨਾਲ ਤੇ ਉਵੇਂ ਗੱਲ ਹੀ ਨਹੀਂ ਕਰਦੇ ਜਿਵੇਂ ਤੁਸੀਂ ਕਰਦੇ ਜੀ ਮੁਜਰਮ ਨਾਲ। ਦੱਸ ਹੈ ਕੀ ਕੀਤਾ, ਕੀ ਇੰਜ ਜਿਵੇਂ ਤੁਸੀਂ ਮਸਲਨ ਗੱਲ ਕਰਦੇ ਜੀ ਮੇਰੇ ਨਾਲ, ਤੇ ਉਹ ਤੁਸੀਂ ਲਿਹਾਜ਼ ਵੀ ਨਹੀਂ ਵਰਤੇ ਪਏ, ਸ਼ਫਕਤ ਨਾਲ ਪੇਸ਼ ਆ ਰਹੀ ਹੈ। ਮਿਹਰਬਾਨੀ ਕਰਦੇ ਤੇ ਫਿਰ ਝੂਠ ਬੋਲੀ ਜਾ ਰਹੇ ਆ ਤੂੰ ਸਾਡੇ ਨਾਲ। ਨਹੀਂ ਬੋਲੀ ਜਾ, ਹੁਣ ਇੱਜ਼ਤ ਦਾ ਮਾਮਲਾ ਸਾਰੇ ਪਿੰਡ ਵੇਖਣੀ, ਮੈਂ ਪਿੰਡ 'ਚ ਰਹਿਣਾ ਨਹੀਂ ਸਾਰੀ ਚੀਜ਼ਾਂ। ਇਹ ਵੀ ਤਾਂ ਸੋਚੋ ਥੋੜਾ ਜੀ। ਤੇ ਭੈਣ ਮਾਰੇ ਬਗੈਰ ਗੁਜ਼ਾਰਾ ਨਹੀਂ ਸੀ। ਬਸ ਸਰ, ਗਲਤੀ ਹੋ ਜਾਂਦੀ ਇਨਸਾਨ ਤੋਂ, ਬਾਅਦ 'ਚ ਸੋਚ। ਕਿਉਂ ਮਾਰੇ ਆ? ਉਹ ਤੇ ਪਹਿਲੇ ਦੀ ਗੱਲ ਸੀ, ਸ਼ਾਦੀ ਖਤਮ ਹੋ ਗਈ, ਰਿਸ਼ਤੇ ਤੋਂ ਇਨਕਾਰ ਕਰਤਾ, ਹੁਣ ਨਵੀਂ ਜਗ੍ਹਾ ਤੇ ਮੰਗਣੀ ਕਰਾਤੀ, ਹੁਣ ਕਿਉਂ ਮਾਰੇ ਆ? ਸਰ ਜੀ ਹੁਣ ਸਾਡੀ ਲੜਾਈ ਇਹਨਾਂ ਦੀ ਵਜ੍ਹਾ ਤੋਂ ਫੇਰ ਚੱਲਦੀ ਪਈ ਸੀ, ਨਹੀਂ ਸੀ ਇਹ ਜਰਦੇ ਪਏ। ਇਹਨਾਂ ਨੇ ਸਾਡੇ ਨਾਲ ਕੋਈ ਨਾ ਕੋਈ ਚਾਲ ਚੱਲਣੀ ਸੀ। ਕੀ ਕਰਨਾ ਸੀ ਉਹਨਾਂ ਨੇ? ਚਾਲ ਚੱਲਣੀ ਸੀ। ਇਹ ਤੋਂ ਵੱਧ ਕੀ ਕਰਨਾ ਸੀ? ਨਹੀਂ, ਹੁਣ ਘਰ ਆ ਕੇ ਕੀ ਗੱਲ ਪੈ ਗਏ? ਇੱਥੇ ਆ ਕੇ ਛਾਤਾਂ ਨਹੀਂ ਫੇਰ ਗੱਲ ਪੈ ਗਏ ਨੇ। ਜਦੋਂ ਵੇਖਿਆ ਨੇ ਇਹ ਲੈ ਚੱਲੇ ਸੀ। ਕਿਹਨੂੰ ਲੈ ਚੱਲੇ ਸੀ? ਉਹਨੂੰ ਐਵੇਂ ਲੈ ਚੱਲੇ ਸੀ? ਲੈ ਚੱਲੇ ਸੀ, ਮੰਨ ਲਓ। ਐਡੇ ਬਦਮਾਸ਼ ਰਹਿ ਚੱਲੇ ਸੀ। ਕਿੱਥੇ ਲੈ ਚੱਲੇ ਸੀ? ਤੇ ਉਹਨੂੰ ਮਾਰ ਦੇਣਾ ਫਿਰ? ਜਿਹੜਾ ਲਿਜਾਣ ਆਇਆ ਉਹਨੂੰ ਮਾਰੀ ਦੇ। ਉਹਨੂੰ ਵੀ ਮਾਰਨਾ ਸੀ। ਤੁਹਾਨੂੰ ਇਹੀ ਤਾਂ ਗੱਲ ਦੱਸ। ਨਹੀਂ, ਫਿਰ ਇਹਨੂੰ ਕਿਉਂ ਮਾਰਨਾ? ਭੈਣ ਨੂੰ ਕਿਉਂ ਮਾਰਿਆ? ਉਹ ਮੈਂ ਤੇਰੇ ਕੋਲ ਸਵਾਲ ਪੁੱਛ ਰਿਹਾ, ਉਹਦਾ ਕੀ ਕਸੂਰ ਹੈ? ਅਗਰ ਇਹ ਆਇਆ ਘਰ ਲੈਣ ਬਦਮਾਸ਼ੀ ਦੇ ਨਾਲ ਤੇ ਇਹਦੇ ਨਾਲ ਕੁਝ ਕਰਨਾ ਸੀ ਤੇ ਉੱਥੇ ਹੀ 15 ਤੇ ਕਾਲ ਕਰਨੀ ਸੀ। ਮੈਂ ਗੈਰਤ ਦੇ ਨਾਮ ਦੇ ਉੱਤੇ ਮਾਰਤਾ। ਇਹ ਸਾਡੇ ਘਰ ਆਇਆ ਸੀ, ਮੈਂ ਮਾਰਤਾ।
ਗੱਲ ਨਹੀਂ ਸਮਝ ਆ ਰਹੀ ਤੇਰੀ, ਜਾਂ ਤੇ ਕੋਈ ਹੋਵੇ ਨਾ ਲੌਜੀਕ ਹੋਵੇ, ਕੋਈ ਗੱਲ ਸਮਝ ਆਵੇ। ਕੀ ਰੁਤਬਾ ਹੁੰਦਾ ਇੱਕ ਔਰਤ ਦਾ? ਕਿੱਥੋਂ ਆਇਆ ਇਸ ਦੁਨੀਆ ਦੇ ਵਿੱਚੋਂ? ਜ਼ਰੀਆ ਕੀ ਬਣਿਆ? ਔਰਤ ਮਾਂ ਹੈ ਨਾ, ਔਰਤ ਹੀ ਹੈ ਨਾ ਮਾਂ, ਉਹਦੀ ਵਜ੍ਹਾ ਤੋਂ ਆਇਆ ਇੱਥੇ। ਇਹ ਖਲੋਤੇ ਨੇ, ਇਹ ਵੀ ਉੱਥੋਂ ਹੀ ਆਏ ਨੇ। ਤੇ ਹੁਣ ਕੀ ਕਰੇਂਗਾ ਅੱਗੇ ਜ਼ਿੰਦਗੀ 'ਚ? ਆਵਾਂਗਾ ਜੀ ਕਰੀ ਫੇਰ ਆਏਗਾ? ਹੁਣ ਫੇਰ ਕਤਲ ਕਰਨਾ ਹੈ? ਕਰਨਾ ਹੈ ਜੀ, ਕਰਨਾ ਪੈਣਾ, ਹੁਣ ਬਹਿਣਾ ਨਹੀਂ ਪਿੰਡ 'ਚ। ਦੂਸਰਾ ਵੀ ਕਤਲ ਕਰੇਗਾ? ਤੇ ਕੀ ਚੱਕਰ ਕੀ ਹੈ, ਦੱਸ ਤੇ ਦੇਣਾ ਸਾਨੂੰ। ਆ ਕੇ ਦੱਸਾਂਗਾ, ਸਾਰੀਆਂ ਗੱਲਾਂ ਹੀ ਤੁਹਾਨੂੰ ਦੱਸਾਂਗਾ ਆਣ ਕੇ। ਫਿਰ ਆਇਓ ਜੇ ਤੁਹਾਨੂੰ ਆਪ ਸੱਦਾਂਗਾ ਮੈਂ। ਆਪ ਸੱਦੇਗਾ? ਤੂੰ ਤੇ ਪੜਿਆ ਗਿਆ ਹੋਏਗਾ, ਸੀ ਆਪੇ ਹੀ ਆਈ ਜਾਣੇ, ਹੁਣ ਤੂੰ ਸੱਦਿਆ ਸਾਨੂੰ। ਹਾਂਜੀ ਮੈਂ ਤੁਹਾਨੂੰ ਫੇਰ ਤੁਸੀਂ ਆ ਜੀ, ਇਸੇ ਲਈ ਕਹਿੰਦੇ ਆ ਇਕੱਠੀ ਖਬਰ ਚਲਾਇਓ ਜੀ, ਇੰਜ ਕੀ ਕਰੇ। ਅੱਛਾ ਜੀ, ਇੱਕ ਹੋਰ ਕਤਲ ਕਰਨਾ ਹੈ। ਕਿਹਨੂੰ ਮਾਰਨਾ ਉਹਨਾਂ? ਉਸਮਾਨ ਨੂੰ? ਕੀ ਚੱਕਰ, ਕਿਉਂ ਮਾਰਨਾ ਹੈ? ਉਹ ਤਾਂ ਕਹਿੰਦੇ ਕਿ ਸਾਡਾ ਹੋਇਆ, ਅਸੀਂ ਰਿਸ਼ਤਾ ਭੇਜੇ, ਉਹਨਾਂ ਨੇ ਕਿਹਾ ਵੱਡਾ ਸੱਟਾ ਕਰੋ, ਅਸੀਂ ਨਹੀਂ ਕਰ ਸਕਦੇ ਸੀ, ਤੇ ਉਹ ਗੱਲ ਖਤਮ ਹੋ ਗਈ ਉਹਦੇ ਤੋਂ ਬਾਅਦ ਜੀ। ਤੁਸੀਂ ਉਹਦਾ ਮੈਂ ਇੰਟਰਵਿਊ ਲਿੱਤਾ ਹੈ। ਇਹ ਖਤਮ ਹੋ ਗਈ ਹੋਵੇ ਹਾਂ, ਤੇ ਫਿਰ ਮੈਂ ਕੋਈ ਪਾਗਲ ਥੋੜੀ। ਨਹੀਂ ਤੇ ਫਿਰ ਅਗਰ ਨਹੀਂ ਖਤਮ ਹੋਈ ਹੋਵੇ ਤੇ ਫਿਰ ਤੇ ਮੁੰਡੇ ਦੇ ਨਾਲ ਮਾਮਲਾ ਬੰਦ ਹੈ। ਕੁੜੀ ਦਾ ਕੀ ਮਸਲਾ ਹੈ? ਨਾਲ ਹੀ ਬਣੇਗਾ ਸਰ ਜੀ, ਮੈਂ ਤੁਹਾਨੂੰ ਕਿਦੋਂ ਕਹਾਂ। ਕੁੜੀ ਦਾ ਕੀ ਮਸਲਾ ਹੈ? ਲੋਕ ਜੀਣ ਨਹੀਂ ਨਾ ਦਿੰਦੇ ਸਰ। ਕੀ ਕਹਿਣਗੇ ਆ ਕੇ? ਮਾਰਨਗੇ ਤੈਨੂੰ? ਮਾਰਨਗੇ ਨਹੀਂ, ਹੁਣ ਕੀ ਕਹਿਣਗੇ? ਕੁਛ ਵੀ ਨਹੀਂ ਸਰ ਜੀ। ਫਿਰ ਜੀਣ ਦਾ ਕੀ ਹੱਕ? ਇੱਜ਼ਤ ਨਹੀਂ ਤੇ ਜੀਣਾ ਕਿਉਂ? ਫਿਰ ਉਹਦੇ ਨਾਲ ਬੰਦਾ ਮਰਿਆ ਕਰ, ਮਾਰਤੇ ਅਸੀਂ ਉਦੋਂ ਦੇ ਗਏ ਆ, ਹੁਣ ਇਹਨਾਂ ਨੂੰ ਵੀ ਨਾਲ ਲੈ ਕੇ ਮਰਾਂਗੇ। ਫਿਰ ਹੀ ਆ ਕੁਛ ਪਿੰਡ 'ਚ ਬਹਿਣ ਉੱਠਣ ਫਿਰ ਹੀ ਬਣਦਾ। ਵਾਹ, ਇਹ ਦੁਨੀਆ 'ਚ ਇਹ ਕਰਨ ਆਏ ਫਿਰ ਮੁਸੀਬਤ ਪਾਤੀ ਰੱਬ ਨੇ, ਤੇ ਇਹਨੂੰ ਕੱਟਣਾ ਵੀ ਹੈ। ਕਤਲੋ ਗਾਰਤ ਕਰਨ ਆਏ ਦੁਨੀਆ 'ਚ। ਖਤਮ ਹੋ ਗਏ ਬਸ। ਦੁਨੀਆ ਦੇ ਵਿੱਚ ਇੰਜੀ ਲੋਕਾਂ ਕੋਲੋਂ ਡਰਨਾ ਹੈ ਕਿ ਕਿਹਾ ਕਿਸੇ ਨੂੰ ਅਸੀਂ ਅੱਜ ਤੱਕ ਕਿਸੇ ਦੀ ਧੀ ਭੈਣ ਨੂੰ ਤੰਗ, 3 ਭਾਈਆਂ ਅਸੀਂ ਕਿਸੇ ਨੂੰ ਕੀਤਾ ਹੋਵੇ ਤੇ ਕੋਈ ਸਾਨੂੰ ਦੱਸੇ, ਕੋਈ ਸਾਡਿਆਂ ਨੂੰ ਕਰੇਗਾ ਤੇ ਅਸੀਂ ਛੱਡਾਂਗੇ। नाजरीन, इस वक्त हम मौजूद हैं कोट राधा किशन पुलिस स्टेशन में, जहां पर पुलिस ने 22 साला लड़की के कत्ल में मुलव्विस एक उस्मान नामी नौजवान को गिरफ्तार किया है। उसी की जुबानी जानते हैं कि उसने ये कत्ल की वारदात की है या नहीं की, क्यों गिरफ्तार किया गया, इसका कसूर क्या है, उसी की जुबानी आपको सुनाते हैं। हाँ भाई उस्मान, की करना है? सर मैं खेतीबाड़ी करता हूँ किथे? पंबा कलां में। ਇੱਥੇ ਹੀ ਆਪਣੇ ਪਿੰਡ? हाँ जी, किन्ने भैन भरा हो? 5 भाई हैं और एक बहन है। सही है। तू किन्नवें नंबर ते है? मैं तीसरे नंबर ते हैं। और नहीं कुछ करता खेतीबाड़ी तो अलावा? खेतीबाड़ी तो अलावा फैक्ट्री जाइदा जी। फैक्ट्री जाना है? हाँ जी। कदों तो जा रहे हैं? फैक्ट्री तो तकरीबन मेरे 2, 2.5, 3 साल हो गए। ठीक है। कत्ल क्यों किया है? कत्ल सर मैंने नहीं कत्ल किया। किन्ने किया है? सर कत्ल तो नहीं किया, बस ये कि आज से तकरीबन 2, 2.5 साल पहले हमारी तकरीबन पंजाबी आंदी? हाँ जी पंजाबी आंदी। बोल। ਅੱਜ ਤੋਂ 2 ਸਾਲ ਪਹਿਲਾਂ 2-2.5 ਸਾਲ ਪਹਿਲਾਂ ਤਕਰੀਬਨ ਹੈਗਾ ਸੀ ਕਿ ਨਾ ਪਿਆਰ ਮੁਹੱਬਤ ਦਾ ਮਾਮਲਾ ਸੀ ਜਗਾ ਕੁੜੀ ਨੂੰ ਮੈਂ ਚਾਹਨਾ ਸਾਂ। ਅੱਛਾ, ਤੇ ਐਸੇ ਰਿਸ਼ਤੇ ਕੁੜੀ ਦੀ- ਨੂੰ? ਹਾਂਜੀ, ਅੱਛਾ। ਰਿਸ਼ਤੇ ਦੀ ਗੱਲਬਾਤ ਹੋ ਰਹੀ ਸੀ ਤੇ ਨਾ ਰਿਸ਼ਤਾ ਨਹੀਂ ਸਾਨੂੰ ਦਿੱਤਾ ਜੀ। ਅੱਛਾ। ਤੇ ਇਹਦੇ ਵਾਲਦਿਆਂ ਨੇ ਕਿਹਾ ਸੀਗਾ ਕਿ ਤੁਸੀਂ ਨਾ ਲੈ ਵੀ ਲਓ ਔਰ ਦੇ ਵੀ ਦਿਓ, ਵਾਰੀ ਸੱਟਾ ਕਰ ਲਓ, अच्छा वट्टा सट्टा। ਵੱਟਾ ਸੱਟਾ ਕਰ ਲਓ। ठीक है। तो ਮੇਰੇ ਅੱਬੂ ਨੇ ਕਿਹਾ ਕਿ ਨਹੀਂ, ਅਸੀਂ ਇਸ ਤਰ੍ਹਾਂ ਨਹੀਂ ਕਰਨਾ, अच्छा। ਤੁਸੀਂ ਜਿੱਥੇ ਮਰਜ਼ੀ ਕਰ ਲਓ, ਹੁਣ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੀ। शादी तो इनकार हो गया 2 साल पहले। इनकार। तेरा राब्ता रहा कुड़ी दे नाल? ਨਹੀਂ ਜੀ ਕੋਈ ਰਾਬਤਾ ਨਹੀਂ, की क्यों नहीं रहा? ਜੋ ਗੱਲਬਾਤ ਹੀ ਖਤਮ ਹੋ ਗਈ, ਉਹਨਾਂ ਲੈਣ ਰਿਸ਼ਤਾ ਲੈਣਾ ਦੇਣਾ ਨਹੀਂ, ਕਹਿੰਦੇ ਲੈ ਵੀ ਲਿਓ ਤੇ ਦੇ ਵੀ ਦਿਓ ਸਾਨੂੰ। कुड़ी दी शादी हो गई किते? ਨਹੀਂ ਜਾਂਦੀ, ਸੁਣਿਆ ਮੰਗਣੀ ਹੋ ਗਈ ਸੀ ਉਹਦੀ। अच्छा, किते और? ਉਹਦੀ ਮੰਗਣੀ ਹੋਰ ਕਿਤੇ ਹੋ ਗਈ। अच्छा। ਫਿਰ ਕਿ ਸਰ ਜੀ ਇਹ ਪਤਾ ਲੱਗਾ ਕਿ ਇਹਨਾਂ ਕਤਲ ਕਰਕੇ ਤੁਹਾਡੇ ਤੇ ਪਾਤਾ, ਸਾਡੇ ਨਾਂ ਲੈ ਲਿਆ ਤੇ ਪੁਲਿਸ ਸਾਡੇ ਘਰਾਂ 'ਚ ਆ ਗਈ ਤਾਂ ਅਸੀਂ ਫਿਰ ਆਸੇ ਪਾਸੇ ਹੋ ਗਏ ਜੀ। ਸਾਨੂੰ ਤਾਂ ਪਤਾ ਹੀ ਨਹੀਂ ਕਿ ਬਣ ਕੇ ਗਿਆ ਸਾਡੇ ਨਾਲ, ਫਿਰ ਬਸ ਆਹ ਮਾਲੂਮਾਤ ਹੈ ਜੀ। कत्ल करता फिर तू? ਉਹਨਾਂ ਨਹੀਂ ਜੀ ਅਸੀਂ ਨਹੀਂ ਕੀਤਾ, ਹਾਂ। ਉਹਨਾਂ ਹੀ ਕੀਤਾ। ਉਹਨਾਂ ਦੇ ਘਰ ਦਾ ਕੋਈ ਮਸਲਾ ਹੈ, ਕਿਸ ਤਰ੍ਹਾਂ ਕੀਤਾ ਹੈ, ਕੀ ਲੈਣ ਦੇਣ ਹੈ, ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਸਾਨੂੰ ਇਹ ਪਤਾ ਲੱਗਾ ਕਿ ਤੁਹਾਡੇ ਉੱਤੇ ਪਾਤਾ ਉਹਨਾਂ। ਕਿਵੇਂ ਪਤਾ ਲੱਗ ਗਿਆ ਤੁਹਾਨੂੰ? ਜ਼ਹਿਰੀ ਗੱਲ ਫੁਆ ਉੱਡੀ ਜਾਂਦੀ ਪਿੰਡ 'ਚ, ਕੋਈ ਕਿਸੇ ਨੇ ਦੱਸਦਾ ਹੋਊ ਘਰ ਦੇ ਨਾਲ। ਕਿੰਨੀ ਦੂਰ ਹੈ ਘਰ? ਤਕਰੀਬਨ ਤੀਸਰਾ ਘਰ ਸਾਡਾ। ਤੀਸਰੇ ਘਰ ਚ ਤੀਸਰੇ ਘੰਟੇ ਘਰ। ਬਾਅਦ ਪਤਾ ਲੱਗਿਆ?
ਕਤਲ ਹੋ ਗਿਆ ਅਸੀਂ ਸਾਰਾ ਦੂਸਰੇ ਅਸੀਂ ਚਾਚੂ ਘਰ ਆ। ਕੀ ਕਰਨ ਗਏ ਸੀ ਚਾਚੂ ਘਰ? ਚਾਚੂ ਘਰ ਤੁਹਾਨੂੰ ਦੱਸਿਆ ਤੇ ਇਕੱਠ ਹੋਇਆ ਸੀ। ਅੱਛਾ ਉੱਥੇ ਹੀ ਹੈਗੇ ਸੀ, ਹਾਂਜੀ ਉੱਥੇ ਹੀ ਪਤਾ ਅਸੀਂ ਲੱਗ ਉੱਥੇ ਗਿਆ, ਸਾਨੂੰ ਪਤਾ ਲੱਗਾ ਇਤਲਾਹ ਵੀ- ਮਿਲ ਗਈ। ਇਤਲਾਹ ਮਿਲ ਗਈ ਕਿ ਫਲਾਣੇ ਉਹਨਾਂ ਇਸ ਤਰ੍ਹਾਂ ਕੀਤਾ ਤੇ ਮੁੰਡਿਆਂ ਢਾਡਿਆਂ ਦਾ ਨਾਂ ਆਂਦੇ ਆ। ਠੀਕ ਹੈ, ਬਸ ਫਿਰ ਮਾਲੂਮਾਤ ਭੱਜੇ ਤੁਸੀਂ ਉੱਥੋਂ? ਫਿਰ ਜ਼ਹਿਰੀ ਗੱਲ ਹੈ ਜੀ, ਪੁਲਿਸ ਜਦੋਂ ਆਣੀ ਸਾਨੂੰ ਫਿਰ ਆਸੇ-ਪਾਸੇ ਤੋਂ ਹੋਣਾ ਹੀ ਸੀ ਜਾ ਕੇ। ਕੌਣ ਕੌਣ ਭੱਜੇ? ਜ਼ਹਿਰ ਸਾਰੇ ਹੀ ਗਿਆ ਜੀ ਅੱਛਾ ਘਰ ਵਾਲੇ। ਅੱਛਾ ਤੂੰ ਵੀ ਭੱਜੇ ਆ? ਜ਼ਹਿਰੀ ਗੱਲ ਮੈਂ ਵੀ ਜਾਣਾ ਸੀ ਜੀ। ਫਿਰ ਸਰ ਜੀ ਕੀ ਫਿਰ ਬਸ ਇਹ ਫਿਰ ਅਗਲੇ ਦਿਨ ਅਸੀਂ ਆਣ ਕੇ ਖੁਦ ਪੇਸ਼ ਹੋ ਗਏ। ਆਪੇ ਉਹ ਸਾਡੇ ਪੇਸ਼ ਹੋ ਗਏ? ਹਾਂਜੀ ਸਾਡੇ ਚ ਕੋਈ ਵੈਲ ਹੀ ਨਹੀਂ ਦਾ, ਹੂੰ। ਅਸੀਂ ਪੇਸ਼ ਹੋ ਗਏ ਆਣ ਕੇ। ਅੱਛਾ ਕੀ ਕਿਹਾ ਪੁਲਿਸ ਨੇ, ਕੀ ਪੁੱਛਿਆ? ਪੁਲਿਸ ਨੇ ਇਹੋ ਪੁੱਛਿਆ ਜੀ, ਫਿਰ ਪੁੱਛਦਾਸ ਕੀਤੀ ਤੇ ਫਿਰ ਅੱਗੋਂ ਜੋ ਥਾਣੇ ਦੇ ਕੱਟ-ਕੁੱਟ ਹੁੰਦੇ ਨੇ, ਥਾਣੇ ਦੇ ਵਿੱਚ ਇਕੱਠ ਹੁੰਦੇ ਨੇ ਜੀ, ਇਕੱਠ ਹੋਏ ਨੇ, ਉਹ ਇਕੱਠਾਂ ਵਿੱਚ ਵੀ ਨਹੀਂ ਆਏ। 3 ਇਕੱਠ ਹੋਏ ਨੇ ਥਾਣੇ 'ਚ, ਉਹ ਨਹੀਂ ਆਏ। ਹੂੰ ਫਿਰ ਡੀਐਸਪੀ ਕੋਲ ਇਕੱਠ ਹੋਇਆ, ਹੂੰ। ਉੱਥੇ ਵੀ ਨਹੀਂ ਗਏ। ਹੂੰ ਫਿਰ ਅੱਗੋਂ ਹੁਣ ਮੁੰਡੇ ਨੂੰ ਫੜਿਆ ਜੀ, ਅੱਗੋਂ ਡੀਪੀਓ ਤੋਂ ਵੀ ਗਿਆ ਜੀ, ਉੱਥੇ ਵੀ ਇਕੱਠ ਹੋਇਆ, ਉੱਥੇ ਵੀ ਨਹੀਂ ਉੱਥੇ ਆਏ? ਵੀ ਨਹੀਂ ਗਏ। ਸਹੀ, ਤੇ ਫਿਰ ਕੀ ਪਤਾ ਲੱਗਾ ਹੁਣ? ਜ਼ਹਿਰੀ ਗੱਲ ਕਿ ਹੁਣ ਵੇਖੋ ਅੱਗੋਂ ਹੁਣ ਜੋ ਪੁਲਿਸ ਕਰੇਗੀ। ਨਹੀਂ ਜੋ ਹੁਣ ਕੀ ਕਾਨੂੰਨ ਪਤਾ ਕਰੇਗਾ। ਲੱਗਾ ਕਿੰਨੇ ਕਤਲ ਕੀਤਾ ਹੈ? ਇਹ ਹੁਣ ਅੱਗੋਂ ਪੁਲਿਸ ਨੂੰ ਪਤਾ ਜੀ ਕਿਹਨੇ ਕਤਲ ਕੀਤਾ, ਤੈਨੂੰ ਨਹੀਂ ਪਤਾ ਕੁਛ? ਅਸੀਂ ਤਾਂ ਨਹੀਂ ਕੀਤਾ ਜੀ। ਅਸੀਂ ਨਾ ਸਾਨੂੰ ਕਿਸੇ ਦਾ ਪਤਾ ਉਹਨੇ ਕੀਤਾ ਜਾਂ ਹੋਰ ਕਿਸੇ ਕੀਤਾ। ਕੋਈ ਆਂਦਾ ਮਾਮੇ ਨਹੀਂ ਕੀਤਾ। ਇੰਨੇ ਇਕੱਠ ਹੋਏ ਤੁਹਾਡੇ ਘਰੋਂ, ਕੋਈ ਆਂਦਾ ਤੈਨੂੰ ਮਿਲਣ ਹਾਂਜੀ ਬੇਗੁਨਾਹ ਬੰਦੇ ਨੂੰ? ਤੂੰ ਤੇ ਕਾਤਲ ਨਹੀਂ ਹੈਗਾ, ਬੇਗੁਨਾਹ ਹੈ ਨਾ? ਹਾਂਜੀ ਬੇਗੁਨਾਹ ਤੇ ਜੀ। ਬੇਗੁਨਾਹ ਨੂੰ ਤੇ ਮਿਲਣ ਆਂਦੇ ਘਰ ਵਾਲੇ, ਆਂਦੇ ਪਿਆਰ ਵੀ ਕਰਦੇ ਨੇ। ਕਾਤਲਾਂ ਨੂੰ ਚਲੋ ਨਹੀਂ ਮਿਲਦੇ ਕਿ ਇਹਨੇ ਗਲਤ ਕੀਤਾ ਹੈ, ਕਤਲ ਕੀਤਾ ਹੈ ਕਿਸੇ ਨੂੰ, ਤੁਹਾਨੂੰ ਤੇ ਮਿਲਣ ਆਂਦੇ। ਹਾਂਜੀ, ਤੇ ਉਹ ਆ ਮਿਲਣ ਕੇ ਆਉਂਦੇ। ਕੋਈ ਖਬਰ ਨਹੀਂ ਦਿੰਦੇ? ਖਬਰ ਦਿੰਦੇ ਨੇ ਜੀ, ਕੀ ਖਬਰ ਦਿੰਦੇ ਦਿੰਦੇ ਨੇ ਨੇ ਉਹ ਖਬਰਾਂ? ਕੋਈ ਕਦੀ ਕਿਸੇ ਦਾ ਨਾਂ ਲੈ ਲੈਂਦੇ ਨੇ, ਕਦੀ ਕਿਸੇ ਦਾ ਨਾਂ ਲੈ ਲੈਂਦੇ ਨੇ। ਹੁਣ ਇਹਨਾਂ ਵਿੱਚ ਹੀ ਹੈ ਨਾ, ਕਤਲ ਤਾਂ ਇਹਨਾਂ ਨੇ ਕੀਤਾ। ਹੂੰ। ਇਹ ਤਾਂ ਹੁਣ ਉਹਨਾਂ ਨੂੰ ਪਤਾ ਸੀ ਥੋੜੀ ਸਾ ਉੱਥੇ ਕੋਲ ਹੂੰ। ਕਿ ਇਸ ਬੰਦੇ ਕਤਲ ਕੀਤਾ ਸੀ ਵੇਖਿਆ। ਹੂੰ ਇਹ ਤਾਂ ਹੁਣ ਉਹਨਾਂ ਨੂੰ ਪਤਾ ਨਾ ਕਿਹਨੇ ਕਤਲ ਕੀਤਾ। ਤੇ ਕਿਉਂ ਕਰਤਾ ਕਤਲ? ਇਹ ਸਾਨੂੰ ਨਹੀਂ ਪਤਾ ਜੀ, ਇਹ ਉਹਨਾਂ ਨੂੰ ਪਤਾ ਹੋ। ਤੇਰਾ ਦਿਮਾਗ ਕੀ ਕਹਿੰਦਾ ਹੈ? ਮੇਰਾ ਦਿਮਾਗ ਕੀ ਕਹਿੰਦਾ ਜੀ, ਮੈਨੂੰ ਤਾਂ ਬਸ ਇਹੋ ਹੀ ਪਤਾ ਕਿ ਅਸੀਂ ਵੇਖਣਾ। नाजरीन, अना और तकब्बुर अक्सर इंसान को ऐसे दलदल में धकेल देते हैं जहां से निकलना उसके लिए मुश्किल ही नहीं बल्कि नामुमकिन हो जाता है। जैसा कि इस केस में भी हुआ कि शातिर मुलजिम ने पहले तो अपनी बहन को बेदर्दी के साथ कत्ल किया और फिर उस कत्ल की FIR मुखालफिन पर दर्ज करवा दी और अब वो दूसरे कत्ल की वारदात की प्लानिंग कर रहा है। लिहाजा अपने बच्चों को इस अना और तकब्बुर जैसी बीमारी से दूर रखिए ताकि अंजाम इस तरह के भयानक ना हो। अपने इर्द गिर्द होने वाले जुर्म को फौरी 15 पर रिपोर्ट कीजिए। अपने मेज़बान सलमान कुरैशी को इजाज़त दीजिए। अल्लाह निगहबान।